ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਜੰਤਰ ਮੰਤਰ ਤੇ ਲਗਾਤਾਰ ਅਸੀਂ ਦੇਖ ਰਹੇ ਹੈਗੇ ਹਾਂ ਕਿ ਜਿੱਥੇ ਸਿੱਖ ਸਿਧਾਂਤਾਂ ਦਾ ਕਾਣ ਹੋ ਰਿਹਾ, ਸਾਡੀਆਂ ਆਪਣੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੌਧਰ ਦੀ ਲੜਾਈ ਜਿਹਨੇ ਤੇ ਕੌਮ ਕਿਹੜੇ ਪਾਸੇ ਜਾ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਜੋ ਲਾਲ ਕਿਲੇ ਤੇ ਮਨਾਇਆ ਗਿਆ, ਬਹੁਤ ਸਿਫਤਾਂ ਕੀਤੀਆਂ ਗਈਆਂ, ਉਹਨਾਂ ਦੇ ਅਗੇਂਸਟ ਵੀ ਗੱਲਾਂ ਹੋਈਆਂ, ਮਗਰ ਇੱਕ ਸਵਾਲ ਜੋ ਅਸੀਂ ਲੀਡਰਾਂ ਕੋਲੋਂ ਪੁੱਛਿਆ ਜਿੱਦਾਂ ਜਵਾਬ ਸਾਨੂੰ ਅੱਜ ਤੱਕ ਨਹੀਂ ਮਿਲਿਆ ਕਿ ਕੌਮ ਨੂੰ ਪ੍ਰਾਪਤੀ ਕੀ ਹੋਈ। ਇਹ ਜਵਾਬ ਪੂਰੀ ਕੌਮ ਮੰਗਦੀ ਹੈ ਸਾਡੇ ਲੀਡਰਾਂ ਕੋਲੋਂ। ਮਗਰ ਦੂਜੇ ਪਾਸੇ ਅਗਰ ਅਸੀਂ ਚੱਲਦੇ ਹੈਗੇ ਹਾਂ ਤੇ ਅੱਜ ਜੰਤਰ ਮੰਤਰ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਬ੍ਰਿਗੇਡ ਦੇ ਨਾਮ ਦੇ ਉੱਤੇ ਕੁਝ ਵੀਰ ਕੁਝ ਭੈਣਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਦਾ ਇੱਕ ਰੋਸ਼ ਪ੍ਰਦਰਸ਼ਨ ਹੈਗਾ, ਕਿਹਦੇ ਖਿਲਾਫ ਹੈ, ਕੀ ਸਾਰੀ ਗੱਲਬਾਤ ਹੈ। ਸਾਡੇ ਨਾਲ ਸਾਰੇ ਵੀਰ ਭੈਣ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਨ ਤੋਂ ਕਰਨੇ ਗਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਸ ਤਰੀਕੇ ਨਾਲ ਤੁਹਾਡੇ ਪਿੱਛੇ ਬੈਨਰ ਵੀ ਲੱਗਾ ਹੈ, ਅੱਜ ਦਾ ਸਮਾਂ ਤੁਸੀਂ ਮਿੱਥਿਆ ਹੈਗਾ ਰੋਸ਼ ਪ੍ਰਦਰਸ਼ਨ, ਕਿਹਦੇ ਖਿਲਾਫ ਹੈ, ਕਿਸ ਲਈ ਹੈ, ਕੀ ਤੁਹਾਡੀਆਂ ਮੰਗਾਂ ਹੈਗੀਆਂ? ਵੇਖੋ, ਅੱਜ ਦਾ ਜਿਹੜਾ ਇਹ ਰੋਸ ਪ੍ਰਦਰਸ਼ਨ ਹੈ, ਇਹ ਸਾਡੇ ਮਨ ਦੇ ਵਲਵਲੇ ਨੇ, ਭਾਵਨਾਵਾਂ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿਸ਼ਵ ਦੇ ਗੁਰੂ ਨੇ, ਸ੍ਰਿਸ਼ਟ ਦੀ ਚਾਦਰ ਨੇ। 400 ਸਾਲਾ ਸ਼ਤਾਬਦੀ ਵਰ੍ਹਾ ਅਸੀਂ ਉਹਨਾਂ ਦਾ ਮਨਾਇਆ ਹੈ। ਬੜੇ ਵੱਡੇ ਵੱਡੇ ਸਮਾਗਮ ਹੋਏ ਨੇ, ਹਕੂਮਤਾਂ ਦੇ ਵੱਲੋਂ ਵੀ ਹੋਏ ਨੇ, ਲੇਕਿਨ ਉਹਦੇ ਵਿੱਚ ਕੌਮ ਨੂੰ ਕੀ ਪ੍ਰਾਪਤੀ ਹੋਈ ਹੈ? ਹਕੂਮਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਕੀ ਮੁੱਲ ਪਰਤਾਇਆ ਹੈ? ਕਿ ਇੱਕ ਡਾਕ ਟਿਕਟ ਜਾਂ ਇੱਕ ਸਿੱਕਾ, ਉਹਦਾ ਕੌਮ ਨੂੰ ਜਾਂ ਸਮਾਜ ਨੂੰ ਕੀ ਉਹਦਾ ਫਾਇਦਾ ਹੋਏਗਾ? ਤੁਸੀਂ ਦੇਖੋ, 400 ਰੁਪਏ ਦਾ ਸਿੱਕਾ ਇੱਕ ਗਰੀਬ ਆਪਣੀ ਜੇਬ 'ਚ ਨਹੀਂ ਰੱਖ ਸਕਦਾ। ਡਾਕ ਟਿਕਟ ਅੱਜ ਲੋੜ ਨਹੀਂ, ਮਾਡਲ ਜ਼ਮਾਨਾ ਹੈ। ਅੱਜ ਕਿੰਨੀਆਂ ਜਿਹੜੀਆਂ ਚਿੱਠੀਆਂ ਨੇ ਅਸੀਂ ਇੱਕ ਦੂਜੇ ਨੂੰ ਯੂਜ਼ ਕਰਦੇ ਹਾਂ। ਸੋ ਇੱਕ ਸੰਗ੍ਰਹਾਲੇ ਦਾ ਵਿਸ਼ਾ ਬਣ ਕੇ ਰਹਿ ਜਾਣਗੀਆਂ। ਸਾਡੀਆਂ ਮੰਗਾਂ ਸੀ, ਇਹਨਾਂ ਸਮਾਗਮਾਂ ਤੋਂ ਪਹਿਲਾਂ ਅਸੀਂ ਗਿਆਪਨ ਦਿੱਤਾ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੂੰ, PM ਸਾਹਿਬ ਨੂੰ, ਉੱਥੇ DC ਕਰਨਾਲ ਦੇ ਰਾਹੀਂ, ਕਿ ਸਾਡੀਆਂ 5 ਮੁੱਖ ਮੰਗਾਂ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਇੱਕ ਵਿਸ਼ਵ ਵਿਦਿਆਲਿਆ, ਮੈਂ ਤਾਂ ਕਹਿੰਦਾ ਇੰਡੀਆ ਦੇ ਹਰ ਇੱਕ ਸਟੇਟ ਦੇ ਵਿੱਚ ਇੱਕ ਵਿਸ਼ਵ ਵਿਦਿਆਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਹੋਣਾ ਚਾਹੀਦਾ ਹੈ। ਦੂਸਰੀ ਸਾਡੀ ਮੰਗ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਅਤੇ ਸਮੂਹ ਗੁਰੂ ਸਾਹਿਬਾਨ ਦਾ ਜੋ ਜੀਵਨ ਇਤਿਹਾਸ ਹੈ, ਉਸ ਨੂੰ ਵੱਖ-ਵੱਖ ਕਲਾਸਾਂ ਦੇ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ ਪੜ੍ਹਾਇਆ ਜਾਣਾ ਚਾਹੀਦਾ, ਤਾਂ ਕਿ ਇੱਕ ਚੰਗੇ ਸਮਾਜ ਦਾ ਨਿਰਮਾਣ ਹੋ ਸਕੇ। ਅੱਜ ਸਾਡਾ ਨੌਜਵਾਨ ਕਿੱਧਰ ਨੂੰ ਜਾ ਰਿਹਾ, ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ, ਸਾਡੀਆਂ ਕਦਰਾਂ ਕੀਮਤਾਂ ਨਿਘਾਰ ਵੱਲ ਨੇ। ਤੀਸਰੀ ਸਾਡੀ ਜਿਹੜੀ ਮੰਗ ਸੀ ਕਿ ਜਿਹੜਾ 에ਅਰਪੋਰਟ ਹੈ, ਇੰਟਰਨੈਸ਼ਨਲ 에ਅਰਪੋਰਟ ਹੈ, ਸ੍ਰੀ ਗੁਰੂ ਤੇਗ ਬਹਾਦਰ ਨਾਮ ਦੇ ਉੱਪਰ ਅਗਰ ਉਹਦਾ ਨਾਮ ਰੱਖਿਆ ਜਾਏ ਤਾਂ ਮੈਂ ਸਮਝਦਾ ਵੀ ਉੱਥੇ ਉਤਰਨ ਵਾਲੇ ਤੇ ਚੜ੍ਹਨ ਵਾਲੇ ਹਰ ਇੱਕ ਯਾਤਰੀ ਨੂੰ ਫਖਰ ਮਹਿਸੂਸ ਹੋਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਸਾਡਾ ਇੰਟਰਨੈਸ਼ਨਲ 에ਅਰਪੋਰਟ ਹੈ। ਚੌਥੀ ਸਾਡੀ ਜਿਹੜੀ ਮੰਗ ਸੀ ਉਹ ਇਹ ਸੀ ਕਿ ਜੋ ਸਾਡੇ ਬੰਦੀ ਸਿੰਘ ਨੇ, ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਕਦਰਾਂ ਕੀਮਤਾਂ, ਮਨੁੱਖੀ ਅਧਿਕਾਰਾਂ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ, ਲੇਕਿਨ ਉਸੇ ਕੌਮ ਦੇ ਜਿਹੜੇ ਸਾਡੇ ਜੁਝਾਰੂ ਨੇ, ਕੌਮ ਸਰਕਾਰਾਂ ਵਾਸਤੇ ਉਹ ਦੋਸ਼ੀ ਹੋ ਸਕਦੇ ਨੇ। ਸਾਡੇ ਉਹ ਸਿਪਾਹੀ ਨੇ, ਖਾਲਸਾ ਕੌਮ ਦੇ ਉਹ ਸਿਪਾਹੀ ਨੇ। ਖਾਲਸਾ ਕੌਮ ਹਮੇਸ਼ਾ ਉਹਨਾਂ ਤੇ ਮਾਣ ਕਰਦੀ ਆਈ ਹੈ, ਮਾਣ ਕਰਦੀ ਰਹੇਗੀ। ਜੋ ਸੰਵਿਧਾਨਕ ਰੂਪ ਦੇ ਵਿੱਚ ਸਰਕਾਰਾਂ ਦੇ ਵੱਲੋਂ ਜੇਲ੍ਹਾਂ ਵਿੱਚ ਬੰਦ ਕਰਕੇ ਰੱਖੇ ਹੋਏ ਨੇ, ਜਿਨ੍ਹਾਂ ਦੀਆਂ ਸਿਹਤਾਂ ਬੜੀਆਂ ਖਰਾਬ ਰਹਿੰਦੀਆਂ ਨੇ, ਕਈ ਪ੍ਰਕਾਰ ਦੀ ਉਹਨਾਂ ਨੂੰ ਮੈਡੀਕਲ ਹੈਲਪ ਦੀ ਜ਼ਰੂਰਤ ਹੈ, ਉਹਨਾਂ ਨੂੰ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਅਗਰ ਸਰਕਾਰ ਗੰਭੀਰ ਹੈ ਸਿੱਖ ਸਮਾਜ ਦੇ ਪ੍ਰਤੀ। ਇਸ ਤਰ੍ਹਾਂ ਕਰਕੇ ਸਾਡੀਆਂ ਇਹ 5 ਮੰਗਾਂ ਸੀ। ਸੋ ਅਸੀਂ ਉਸੇ ਨੂੰ ਲੈ ਕੇ ਜਦੋਂ ਸਾਨੂੰ ਲੱਗਾ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਤੇ ਸਾਡੇ ਬੇਟੀ ਅਨੁਰਾਧਾ ਭਾਰਗਵ, ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦੇ ਰਾਸ਼ਟਰੀ ਅਧਿਅਕਸ਼ ਨੇ, ਉਹਨਾਂ ਦੇ ਮਨ ਵਿੱਚ ਇੱਕ ਰੋਸ ਸੀ ਤੇ ਉਹਨਾਂ ਨੇ ਕਿਹਾ ਵੀ ਮੈਂ ਜੰਤਰ ਮੰਤਰ ਤੇ ਜਾ ਕੇ ਦਾ ਪ੍ਰਗਟਾਵਾ ਜ਼ਰੂਰ ਕਰਾਂਗੀ, ਤੇ ਅਸੀਂ ਉਹਨਾਂ ਦੇ ਨਾਲ ਅੱਜ ਇੱਥੇ ਆਏ ਹਾਂ ਜੀ। ਭਾਈ ਸਾਹਿਬ ਜੀ, ਇੱਕ ਸਵਾਲ ਉੱਠਦਾ, ਤੁਸੀਂ ਆਏ ਹੋ, ਮੁਬਾਰਕ ਹੈ। ਜੰਤਰ ਮੰਤਰ ਪੂਰੇ ਇੰਡੀਆ 'ਚ ਕਹੀਏ ਕਿ ਪ੍ਰੋਟੈਸਟ ਕਰਨ ਦੀ ਸਭ ਤੋਂ ਵੱਡੀ ਥਾਂ ਹੈ, ਵੀ ਇੱਕ ਮੈਸੇਜ ਅਗਰ ਦੇਣਾ ਪੂਰੀ ਦੁਨੀਆ ਤੇ ਜੰਤਰ ਮੰਤਰ ਉਹਨੂੰ ਚੁਣਿਆ ਜਾਂਦਾ ਹੈਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਤੁਸੀਂ ਚੇਚਾ ਦਿੱਲੀ ਆਏ, ਕੀ ਤੁਸੀਂ ਹਰਿਆਣਾ ਸਰਕਾਰ ਨੂੰ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਜਿਹੜੀ ਉੱਥੇ ਸਿੱਖ ਵੱਡੇ ਜਥੇਬੰਦੀਆਂ ਨੇ, ਉਹਨਾਂ ਨੂੰ ਵੀ ਇਹੋ ਜਿਹਾ ਕੋਈ ਮੈਮੋਰੈਂਡਮ ਦਿੱਤਾ ਹੈਗਾ ਆਪਣੇ ਇਸ ਰੋਸ਼ ਬਾਰੇ? ਦੇਖੋ, ਕਿਉਂਕਿ ਇਹ ਹਕੂਮਤਾਂ ਕਰ ਰਹੀਆਂ ਸੀ ਸਮਾਗਮ, ਹਰਿਆਣੇ ਦੇ ਵਿੱਚ ਵੀ, ਸੈਂਟਰ ਦੇ ਵਿੱਚ ਵੀ। ਸੋ ਅਸੀਂ ਹਕੂਮਤਾਂ ਨੂੰ ਇਸ ਗੱਲ ਨੂੰ ਚਿਤਾਇਆ ਸੀ, ਜਿਹੜੇ ਸਾਡੇ ਧਾਰਮਿਕ ਆਗੂ ਨੇ, ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹੀ ਸੀ ਕਿ ਤੁਸੀਂ ਉਹਨਾਂ ਸਟੇਜਾਂ ਦੇ ਉੱਤੇ ਬੋਲਣਾ, ਮਾਈਕ ਤੁਹਾਡੇ ਹੱਥ ਵਿੱਚ ਹੋਣੇ ਨੇ, ਤੁਸੀਂ ਜ਼ੁਰਤ ਦੇ ਨਾਲ ਸਰਕਾਰਾਂ ਦੇ ਕੋਲੋਂ ਇਹਨਾਂ ਮੰਗਾਂ ਨੂੰ ਅੱਗੇ ਰੱਖੋ। ਲੇਕਿਨ ਤੁਸੀਂ ਵੀ ਦੇਖਿਆ, ਅਸੀਂ ਵੀ ਦੇਖਿਆ ਵੀ ਸਾਡੇ ਜਿਹੜੇ ਆਗੂ ਸੀ, ਪੰਥਕ ਆਗੂ ਸੀ, ਉਹਨਾਂ ਦੇ ਵੱਲੋਂ ਵੀ ਕੋਈ ਇਹੋ ਜਿਹੀ ਮੰਗ ਸਰਕਾਰ ਦੇ ਅੱਗੇ ਨਹੀਂ ਰੱਖੀ ਗਈ, ਜੋ ਕਿ ਜਾਇਜ਼ ਮੰਗਾਂ ਨੇ। ਮੈਂ ਸਮਝਦਾ ਵੀ ਇਹ ਸਾਰੀਆਂ ਜੋ ਵੀ ਅਸੀਂ ਮੰਗਾਂ ਤੁਹਾਡੇ ਸਾਹਮਣੇ ਰੱਖੀਆਂ ਨੇ, ਇਹ ਭਾਰਤ ਦੇ ਹਿੱਤ ਵਿੱਚ ਨੇ, ਰਾਸ਼ਟਰ ਹਿੱਤ ਵਿੱਚ ਨੇ, ਸਮਾਜ ਹਿੱਤ ਵਿੱਚ ਨੇ, ਇਕੱਲੇ ਸਿੱਖ ਸਮਾਜ ਦੇ ਹਿੱਤ ਵਿੱਚ ਨਹੀਂ ਹੈਗੀਆਂ। ਅਗਰ ਇਹ ਮੰਗਾਂ ਲਾਗੂ ਹੁੰਦੀਆਂ ਨੇ ਤਾਂ ਪੂਰੇ ਭਾਰਤ ਵਰਸ਼ ਨੂੰ ਉਹਦੇ ਤੇ ਫਖਰ ਮਹਿਸੂਸ ਹੁੰਦਾ, ਵਿਸ਼ਵ ਦੇ ਵਿੱਚ ਭਾਰਤ ਦਾ ਨਾਮ ਉੱਚਾ ਹੁੰਦਾ ਹੈ। ਸਰਕਾਰਾਂ ਦੀ ਤੁਸੀਂ ਗੱਲ ਕੀਤੀ ਹੈ, ਆਪਾਂ ਤੁਹਾਨੂੰ ਇੱਕ ਮਿਸਾਲ ਦੇ ਦਿੰਦੇ ਹਾਂ। ਹਰਿਆਣਾ ਸਰਕਾਰ ਦੀ ਸਾਹਿਤ ਅਕੈਡਮੀ ਹੈ, ਉਹਦੇ ਵੱਲੋਂ ਦਿੱਲੀ ਦੇ ਅੰਦਰ ਅੱਜ ਤੋਂ ਕੁਝ ਦਿਨ ਪਹਿਲੇ ਗੁਰਦੁਆਰਾ ਮਾਤਾ ਸੁੰਦਰੀ ਦਾ ਜਿਹੜਾ ਕਾਲਜ ਹੈਗਾ,
ਉਸ ਕਾਲਜ ਦੇ ਅੰਦਰ ਮਾਈ ਭਾਗੋ ਦਾ ਇੱਕ ਨਾਟਕ ਕੀ ਕਹਿੰਦੇ ਨੇ ਪਲੇ ਕੀਤਾ ਜਾਣਾ ਸੀ, ਜਿਹਦੇ 'ਚ ਕਿਸੇ ਬੀਬੀ ਨੂੰ ਇੱਕ ਮਾਈ ਭਾਗੋ ਬਣਾ ਕੇ ਕਹਿ ਲਈਏ ਕਿ ਰੋਲ ਸਾਡੇ ਗੁਰੂ ਪੰਥ ਜੀ ਦਾ ਸਾਡੀ ਕੌਮ 'ਚ ਇਸ ਚੀਜ਼ ਦੀ ਪਰਮਿਸ਼ਨ ਨਹੀਂ ਹੈ। ਕਹਿੰਦੇ ਕਿ ਤੁਹਾਨੂੰ ਲੱਗਦਾ ਹਰਿਆਣਾ ਸਰਕਾਰ, ਮੈਂ ਨਾਮ ਲੈ ਕੇ ਕਹਿ ਰਿਹਾ ਹੈਗਾ, ਕਿ ਤੁਸੀਂ ਅਗਰ ਉਹਨਾਂ ਨਾਲ ਗੱਲ ਕੀਤੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਲੀਡਰ ਨੇ ਕੀਤੇ, ਸਰਕਾਰਾਂ ਦੀ ਸੋਚ ਤੁਹਾਡੀ ਨਜ਼ਰ ਦੇ ਉੱਤੇ ਕਿੱਥੇ ਖਰੀ ਉਤਰਦੀ ਹੈ? ਚਾਹੇ ਅਸੀਂ ਦਿੱਲੀ ਸਰਕਾਰ ਕੇਜਰੀਵਾਲ ਦੀ ਗੱਲ ਕਰ ਲਈਏ, ਬੀਜੇਪੀ ਦੀ ਮੋਦੀ ਸਰਕਾਰ ਦੀ ਗੱਲ ਕਰ ਲਈਏ, ਜਾਂ ਹਰਿਆਣਾ ਦੀ ਸਰਕਾਰ ਕਰ ਲਈਏ, ਹਕੂਮਤਾਂ 'ਚ ਚਿਹਰੇ ਵੱਖ-ਵੱਖ ਨੇ, ਮਗਰ ਉਹਨਾਂ ਦੀ ਸੋਚ ਕੀ ਤੁਹਾਨੂੰ ਲੱਗਦਾ ਹਾਂ ਪੱਖੀ ਹੈ ਤੁਹਾਡੇ ਮਸਲਿਆਂ ਦੇ ਉੱਤੇ? ਦੇਖੋ, ਮੈਂ ਸਮਝਦਾ ਵੀ ਹਾਂ ਪੱਕੀ ਸੋਚ ਤੇ ਨਹੀਂ ਕਹੀ ਜਾ ਸਕਦੀ, ਕਿਉਂਕਿ ਜੋ ਗੁਰਮਤ ਸਿਧਾਂਤ ਹੈ, ਜੋ ਸਿੱਖੀ ਸਿਧਾਂਤ ਹੈ, ਮਨੁੱਖਤਾ ਦਾ ਸਿਧਾਂਤ ਹੈ, ਵਿਸ਼ਵ ਕਲਿਆਣ ਦਾ ਸਿਧਾਂਤ ਹੈ। ਲੇਕਿਨ ਅੱਜ ਹਕੂਮਤਾਂ ਜਿਹੜੀਆਂ ਨੇ ਵੋਟ ਬੈਂਕ ਦੀ ਰਾਜਨੀਤੀ ਕਰਦੀਆਂ ਨੇ। ਇੱਕ ਪਾਸੇ ਉਹਨਾਂ ਨੂੰ ਔਰੰਗਜ਼ੇਬ ਵੀ ਚਾਹੀਦਾ, ਇੱਕ ਪਾਸੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਵੀ ਆਪਣੇ ਨਾਲ ਜੋੜਨਾ ਚਾਹੁੰਦੀਆਂ ਨੇ। ਸੋ ਇਹ ਦੋਗਲੀ ਜਿਹੜੀ ਰਾਜਨੀਤੀ ਹੈ, ਰਾਜਨੀਤੀ ਦੇ ਵਿੱਚ ਜਿਹੜਾ ਨਿਗਾਰ ਹੈ, ਤੇ ਆਪਣੇ ਮੈਂ ਕਹਿੰਦਾ ਵੀ ਸਵਾਰਥ ਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਆਗੂ ਨੇ, ਉਹ ਕੌਮ ਨੂੰ ਕਿਤੇ ਨਾ ਕਿਤੇ ਮਤਲਬ ਪਿੱਛੇ ਨੂੰ ਧੱਕ ਰਹੇ ਨੇ। ਤੇ ਸਾਡੇ ਜਿਹੜੇ ਕੌਮੀ ਮਸਲੇ ਨੇ, ਜਿਸ ਤਰ੍ਹਾਂ ਤੁਸੀਂ ਗੁਰੂ ਸਾਹਿਬ ਜੀ ਦੇ ਜਾਂ ਸਾਡੇ ਜਿਹੜੇ ਇਤਿਹਾਸਕ ਜਿਹੜੇ ਸਾਡੇ ਚਰਿੱਤਰ ਨੇ, ਕਰੈਕਟਰ ਨੇ, ਉਹਨਾਂ ਦੀ ਨਕਲ ਕਰਨੀ, ਇਹੋ ਜਿਹੀਆਂ ਗੱਲਾਂ ਸਾਨੂੰ ਮੈਂ ਕਹਿੰਦਾ ਵੀ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਦੁਖਦਾਈ ਹੋਣਗੀਆਂ ਸਾਡੀ ਕੌਮ ਵਾਸਤੇ। ਇਸ ਕਰਕੇ ਸਾਨੂੰ ਇਹਨਾਂ ਤੇ ਠੱਲ ਪਾਉਣ ਦੀ ਲੋੜ ਹੈ। ਤੁਹਾਨੂੰ ਲੱਗਦਾ ਹੈ ਇਸ ਪ੍ਰੋਟੈਸਟ ਦੇ ਰਾਹੀਂ ਸਰਕਾਰ ਤੱਕ ਤੁਹਾਡਾ ਸੰਦੇਸ਼ਾ ਪਹੁੰਚੇਗਾ? ਦੇਖੋ, ਅਸੀਂ ਫੇਰ ਉਹੀ ਗੱਲ, ਅੱਗ ਲੱਗੀ ਸੀ ਜੰਗਲ ਨੂੰ ਤਾਂ ਚਿੜੀ ਨੇ, ਬਾਕੀ ਸਾਰੇ ਜਾਨਵਰ ਵੱਡੇ ਵੱਡੇ ਭੱਜ ਰਹੇ ਸੀ ਆਪੋਜਿਟ ਸਾਈਜ਼, ਲੇਕਿਨ ਚਿੜੀ ਜਿਹੜੀ ਹੈ ਉਹ ਚੁੰਝ 'ਚ ਪਾਣੀ ਭਰ ਕੇ ਲੈ ਕੇ ਆ ਰਹੀ ਸੀ। ਤੇ ਕਿਸੇ ਨੇ ਪੁੱਛਿਆ ਵੀ ਭੋਲੀਏ ਤੂੰ ਤਾਂ ਬਹੁਤ ਛੋਟੀ ਹੈ, ਅੱਗ ਬੁਝਣ ਵਾਲੀ ਨਹੀਂ। ਪਰ ਉਹਨੇ ਸੋਚਿਆ ਵੀ ਜਦੋਂ ਮੈਨੂੰ ਵੀ ਪਤਾ ਹੈ ਅੱਗ ਬੁਝੇਗੀ ਨਹੀਂ, ਪਰ ਜਿੱਦਣ ਇਤਿਹਾਸ ਲਿਖਿਆ ਜਾਏਗਾ ਤੇ ਸਾਡੀ ਜਿਹੜੀ ਮਤਲਬ ਸਾਡਾ ਜਿਹੜਾ ਨਾਂ ਹੈ, ਚਿੜੀ ਨੇ ਕਿਹਾ ਵੀ ਅੱਗ ਬੁਝਾਉਣ ਵਾਲਿਆਂ ਵਿੱਚ ਆਵੇਗਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਆਸ਼ੀਰਵਾਦ ਲੈ ਕੇ ਰਕਾਬਗੰਜ ਸਾਹਿਬ ਅਸੀਂ ਅਰਦਾਸ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ। ਤੋਂ ਸਫਲਤਾ ਅਸਫਲਤਾ ਗੁਰੂ ਦੇ ਹੱਥ ਹੈ, ਲੇਕਿਨ ਸਾਡਾ ਕੰਮ ਹੈ ਕਰਮ ਕਰਨਾ। ਗੁਰੂ ਦੀ ਛਤਰ ਛਾਇਆ ਹੇਠ, ਗੁਰੂ ਦੇ ਸਿਧਾਂਤ ਨੂੰ ਲੈ ਕੇ ਅਸੀਂ ਚੱਲਦੇ ਰਵਾਂਗੇ। ਆਵਾਜ਼ ਆਪ ਜੀ ਦੇ ਵਰਗੇ ਜਿਹੜੇ ਗੁਰਮੁਖ ਪਿਆਰੇ ਨੇ, ਆਪ ਜੀ ਦੇ ਚੈਨਲ ਦੇ ਰਾਹੀਂ ਜਿੱਥੋਂ ਤੱਕ ਸਾਡੀ ਆਵਾਜ਼ ਜਾਏਗੀ, ਮੈਂ ਸਮਝਦਾ ਵੀ ਇੱਕ ਦਿਨ ਜ਼ਰੂਰ ਇਹਨੂੰ ਜਾਗ ਲੱਗੇਗੀ। ਬਹੁਤ ਵਧੀਆ ਗੱਲ ਕੀਤੀ ਹੈ ਕਿ ਸਾਡਾ ਕੰਮ ਹੈ ਕਰਮ ਕਰਨਾ, ਸਾਨੂੰ ਆਪਣੇ ਉਦਮ ਕਰਦੇ ਰਹਿਣੇ ਚਾਹੀਦੇ, ਫਲ ਦੇਣਾ ਉਸ ਪਾਤਸ਼ਾਹ ਦੇ ਹੱਥ ਹੈ। ਸਾਡੇ ਨਾਲ ਸਾਡੇ ਭੈਣ ਜੀ ਜੁੜੇ ਨੇ, ਅਨੁਰਾਧਾ ਭਾਰਗਵ। ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ 'ਚ ਗੱਲ ਕਰਾਂ, ਹਿੰਦੀ 'ਚ ਗੱਲ? ਜੀ ਆਪ ਜੀ ਕਰੋ ਤਾਂ ਮੈਂ ਸਮਝ ਲੈਣੀ ਆ। ਹੁਣ ਮੈਂ ਪੰਜਾਬੀ ਨਹੀਂ, ਤੁਸੀਂ ਕਹੋਗੇ ਮੈਂ ਹਿੰਦੀ 'ਚ ਵੀ ਕਰ ਲਾਂਗਾ। ਤੁਸੀਂ ਪੰਜਾਬੀ 'ਚ ਕਰ ਲਓ, ਕੋਈ ਦਿੱਕਤ ਨਹੀਂ ਹੈਗੀ। ਜੀ, ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਵੀ ਤੁਸੀਂ ਲਗਾਤਾਰ ਗੁਰੂ ਤੇਗ ਬਹਾਦਰ ਬ੍ਰਿਗੇਡ ਦੇ ਨਾਮ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਆ ਰਹੇ ਹੋ, ਕਿੰਨੇ ਸਾਲ ਤੋਂ ਇਹ ਸੇਵਾਵਾਂ ਨਿਭਾ ਰਹੇ ਹੈਗੇ, ਔਰ ਮੇਨ ਟੀਚਾ ਤੁਹਾਡਾ ਕੀ ਹੈਗਾ? देखिए, पहले तो प्रकाश पर्व की पूरे देशवासियों को बधाई, और दूसरी बात यह है कि मैं श्री गुरु तेग बहादुर जी का प्रचार पिछले 2 साल से कर रही हूँ। हालांकि मैं सनातन से हूँ, लेकिन आज मैं यही संदेश देना चाहती हूँ कि जिन सनातन धर्म के लिए और मानवीय मूल्यों के लिए गुरु तेग बहादुर जी ने शहादत दी है, आज सिखों को नहीं बल्कि पूरे सनातन को श्री गुरु तेग बहादुर जी की शरण में आना चाहिए। क्योंकि उनकी शहादत और उनके 3 वंश को कुर्बान करना कोई छोटी कुर्बानी नहीं है। गुरु गोविंद सिंह जी, छोटे छोटे साहिबजादे, ये किस लिए शहादत पा गए? क्योंकि हमारे मानवीय मूल्यों के लिए, सनातन धर्म के लिए। तो देखिए, सबसे पहले ये जो आज धरना प्रदर्शन का मुख्य कारण है कि प्रधानमंत्री जी ने बहुत बड़े लेवल पर एक लाल किले पर बहुत बड़ा आयोजन किया। उसमें हम उनका आभार प्रकट करते हैं, बधाई भी देते हैं, बधाई के पात्र हैं। लेकिन जहाँ तक हमें उम्मीदें थी, वो उम्मीदों पर वो खरे नहीं उतरे, या तो ऐसा कह सकते हैं, या हो सकता है कुछ लोगों ने तक जो हमारे सिख अगुवाई थी वो नहीं संदेश दे सके। देखिए, हमने 19 तारीख को भी अपने डीसी करनाल को ज्ञापन दिया, मुख्यमंत्री जी के नाम भी दिया, प्रधानमंत्री जी के नाम भी दिया कि हमारी कुछ मांगे पूरी की जाए। बहुत उम्मीदें थी, जिस दिन प्रधानमंत्री जी का भाषण था हम लोग आतिशबाजी पटाखे लेकर बैठे हुए थे, बहुत बड़ी घोषणाएं होंगी। लेकिन जब घोषणाएं हुई कि सिक्का, एक 400 रुपया सिक्का और टिकट, देखिए इनका कोई भी अपने आप में देखा जाए तो इतना बड़ा महत्व नहीं है। तो संग्रहालय में रखा जाएगा, या फिर हो सकता है ये करेंसी का हिस्सा बन के रह जाएगा। डाक टिकट की हम लोगों को जरूरत नहीं है। दूसरी बात जो थी, हमने जब ये देखा कि कोई ऐसी सिख अगुवाई की तरफ से, देखिए जब एक बहुत बड़ा स्टेज होता है, अगर सिख समाज को लेकर प्रधानमंत्री जी चल रहे हैं, तो सिख अगुवाइयों को चाहिए था कि वो माइक पे अपनी मांगे मांग सकते थे, लेकिन वहाँ पर सब शांत रहा, एज इट इज़ चलता रहा। तब हमने सोचा कि क्यों ना, जब हमारा भी फर्ज बनता है सनातन धर्म से, कोई बात नहीं, वो सिखों के अकेले गुरु तो नहीं है, विश्व गुरु हैं। तब हमने धरना प्रदर्शन की मांग की कि देखिए, हम प्रधानमंत्री जी तक अपनी बात पहुंचाएंगे कि हमारी जो मांगे हैं, जैसे कि पिताश्री ज्ञान तेजपाल सिंह जी ने बताया, पहली मांग तो वही है कि गुरु तेग बहादुर जी के नाम पर विश्वविद्यालय की घोषणा की जाए, ताकि हमारे बच्चों में अच्छे संस्कार आएँ, ताकि समाज का अच्छा निर्माण हो, एक सशक्त भारत की हम मिसाल दे सके कि हम जिस भारत में रहते हैं वो सशक्त है। आज हम देखते हैं औरंगजेब को पढ़ाया जाता है, मुगलों
जिन लोगों ने हमारे ऊपर अत्याचार किए उनके नाम से हमें पढ़ाई बढ़ाई जाती है। तो क्यों ना भारत सशक्त बने, तो हमारे बच्चे जब पढ़ेंगे कि देखो छोटे छोटे साहिबजादों ने कितनी बड़ी शहादत दी, तो वो साहसी बनेंगे, वीरता का प्रदर्शन होगा। दूसरी जो हमारी मांग थी कि श्री गुरु तेग बहादुर जी जिन्होंने मानवीय अधिकारों के लिए शहादत दी, आज रेड क्रॉस सोसाइटी, ह्यूमन राइट्स सोसाइटीज़ हैं, वो इनके नाम पर ही है, क्योंकि गुरु तेग बहादुर जी के टाइम से शुरू हुआ है मानव अधिकार आयोग। तो मैं चाहती हूँ कि हमारी ब्रिगेड चाहती है कि 1 मई को मानव अधिकार दिवस के रूप में मनाया जाए, स्कूल कॉलेजेस में सब जगह बच्चों को बताया जाए कि मानव अधिकार कहाँ से आए, किसने सिखाए। तीसरी बात जो है, देखिए बहुत दुख की बात है कि जिस इंसान के हाथ बेगुनाहों के खून से रंगे हुए हैं, आप जानते भी हैं उनका नाम, उनके नाम से आज एयरपोर्ट का नाम है इंटरनेशनल एयरपोर्ट। हम चाहते हैं कि गुरु तेग बहादुर जी के नाम से वो एक अंतर्राष्ट्रीय हवाई अड्डा हो, क्योंकि आज जब भी मैं देखती हूँ कि हमारा सिख समाज भी कहीं ना कहीं बहुत दुखी होता है कि हम जिस इंसान ने हमारे सिखों के साथ हमारे बेगुनाहों के खून से हाथ रंगे हैं, तो आज उसी के नाम से एयरपोर्ट है। आज अगर श्री गुरु तेग बहादुर जी के नाम से एयरपोर्ट होगा तो देश विदेश से जब यात्री उतरेंगे तो एक नई मिसाल कायम होगी कि आज हम श्री गुरु तेग बहादुर एयरपोर्ट पे उतरे हैं, एक नया भारत बनेगा। आज लोगों को गर्व होगा इन बातों पे। तो क्यों ना उनके नाम पर एयरपोर्ट का नाम रखा जाए, ताकि हमारे देश के नहीं पूरा विदेश भी आकर पहुंचे गुरु तेग बहादुर जी कौन है, भारत के लिए मिसाल बने। चौथी मांग जो है, देखिए हमारे जो राष्ट्रीय चिन्ह है, हम हमेशा गर्व से कहते हैं, सत्यमेव जयते भी जो हम बहुत गर्व से कहते हैं, मेरा भारत महान भी कहते हैं, लेकिन आज अगर बच्चों के मुंह से सुना जाता है तो राष्ट्रपिता किसको कहते हैं, उसका संवैधानिक दर्जा भी श्री गुरु तेग बहादुर जी को मिलना चाहिए, ताकि आज हमारे बच्चे सनातन हो चाहे सिख हो, वो गर्व से कहे कि हमारे राष्ट्रपिता श्री गुरु तेग बहादुर जी हैं। श्री गुरु तेग बहादुर जी ऐसी शहादत इस पूरे भारतवर्ष में किसी ने नहीं दी, वो ऐसे महापुरुष हैं। 5वीं मांग जो है कि श्री गुरु तेग बहादुर जी जो कि धर्म की चादर है, मानवता की चादर है, आज उनके नाम पर कोई ऐसा संग्रहालय बनाया जाए, एक ऐसा म्यूजियम बनाया जाए जहां पर अपने पहचान हम लोग खुद कर सके कि हम किस धर्म से बिलोंग करते हैं, आज हमारे धर्मों की रक्षा किसने की। देखिए कुछ ये मांगे हैं और जो लास्ट महत्वपूर्ण मांग है इस भारतवर्ष में, हमेशा क्या है, संविधान के ऊपर ही बात होती है, संवैधानिक तौर पर ही सजाएं मिलती हैं, सजाओं से रिहा किया जाता है। आज इतने सारे सिंह बंदी हैं जो अपनी सजाएं काट चुके हैं, लेकिन उनकी रिहाई नहीं हुई है अभी तक। लेकिन संवैधानिक तौर से अगर देखा जाए तो मेरी माननीय सुप्रीम कोर्ट से भी अपील है हाथ जोड़कर कि आप जिस संज्ञान ले जरूर कि जिनकी सजाएं पूरी हो चुकी हैं आप उनको रिहा करें, क्योंकि ये तो असंवैधानिक तौर से अगर कोई सरकार या कोई सुप्रीम कोर्ट भी अगर इस तरीके से करती है तो ये ठीक नहीं है। व्यवहार उनके साथ भी दूसरे नागरिक के दर्जे जैसा व्यवहार ना किया जाए, आम आदमी के जैसा, क्योंकि कोई भी अगर गलती करता है तो सजा के बाद उसको माफ़ कर देना चाहिए। बड़ी सच्ची सुच्ची सोच है भैन जी ਤੁਹਾਡੀ, मगर कुछ कंट्रोवर्सी कह लिए, कुछ सवाल कह लिए ਤੁਹਾਡੇ ਨਾਲ ਵੀ ਨੇ, ਗਿਆਨੀ ਜੀ ਨਾਲ ਵੀ ਨੇ, ਤੁਹਾਡੇ ਦੋਨਾਂ ਦੇ ਨਾਲ ਗੱਲ ਮੈਂ ਪਹਿਲੀ ਵਾਰ ਕਰ ਰਿਹਾ ਗੱਲ। ਲਗਾਤਾਰ ਸੋਸ਼ਲ ਮੀਡੀਆ ਤੇ ਅਸੀਂ ਤੁਹਾਡੇ ਸਾਰੇ ਦੀ ਵੀਡੀਓ ਗੁਰੂ ਤੇਗ ਬਹਾਦਰ ਬ੍ਰਿਗੇਡ ਜਿਹੜੀ ਬਣਾਈ ਹੈ ਉਹਨਾਂ ਦੀ ਸਿੱਖ ਸਮਾਜ ਲਫ਼ਜ਼ ਵਰਤਿਆ ਜਾਂਦਾ ਹੈ। ਸਾਡੀ ਸਿੱਖ ਕੌਮ ਇੱਕ ਵੱਖਰਾ ਧਰਮ ਹੈ, ਧਰਮ ਤੇ ਸਮਾਜ ਵਿੱਚ ਨਾ ਬੜਾ ਫਰਕ ਆਉਂਦਾ ਹੈ। ਤੇ ਮੇਰਾ ਸਿੱਧਾ ਸਵਾਲ ਭੈਨ ਜੀ ਨਾਲ ਵੀ ਤੁਹਾਨੂੰ ਹੈ ਕਿ ਤੁਸੀਂ ਸਿੱਖ ਧਰਮ ਨੂੰ ਅਡਰਾ ਧਰਮ ਮੰਨਦੇ ਹੋ ਨਹੀਂ ਮੰਨਦੇ? ਦੇਖੋ ਸਾਨੂੰ ਤੇ ਗੁਰੂ ਸਾਹਿਬ ਜੀ ਨੇ ਹੀ ਇੱਕ ਵੱਖਰੀ ਸੋਚ, ਜੀਵਨ ਜਾਂਚ, ਉਪਦੇਸ਼, ਸਿਧਾਂਤ ਬਖਸ਼ਿਆ। ਸੋ ਇਸ ਨੂੰ ਬਾਰ-ਬਾਰ ਦੁਹਰਾਏ ਜਾਣਾ ਵੀ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਇੱਕ ਨਹੀਂ ਮੇਰਾ ਸਵਾਲ ਤੁਸੀਂ ਸਮਝੋ, ਤੁਹਾਡੇ ਵੱਲੋਂ ਔਰ ਭੈਣ ਜੀ ਵੱਲੋਂ ਇੱਕ ਲਫ਼ਜ਼ ਵਰਤਿਆ ਗਿਆ ਸਮਾਜ ਹੁੰਦਾ ਇੱਕ ਛੋਟਾ ਜਿਹਾ ਤਬਕਾ। ਗੁਰੂ ਸਾਹਿਬ ਨੇ ਸਾਨੂੰ ਇੱਕ ਵੱਖਰਾ ਧਰਮ ਦਿੱਤਾ, 5 ਕਕਾਰਾਂ ਦੀ ਦਾਤ ਦੇ ਕੇ ਇੱਕ ਵੱਖਰਾ ਧਰਮ ਸਿਰਜਿਆ, ਖਾਲਸਾ ਸਿਰਜਿਆ। ਅਗਰ ਅਸੀਂ ਉਸ ਧਰਮ ਨੂੰ ਇੱਕ ਸਮਾਜ ਨਾਲ ਜੋੜ ਦਾਂਗੇ, ਤੁਹਾਨੂੰ ਲੱਗਦਾ ਨਹੀਂ ਅਸੀਂ ਗੁਰੂ ਸਾਹਿਬ ਦੀ ਕੀਤੀ ਹੋਈ ਸੇਵਾ ਨੂੰ ਛੋਟਾ ਕਰ ਰਹੇ ਹਾਂ? ਦੇਖੋ ਧਰਮ ਇੱਕ ਬਹੁਤ ਵੱਡਾ ਵਿਸ਼ਾ ਹੈ। ਧਰਮ ਸਮੁੱਚੀ ਸ੍ਰਿਸ਼ਟੀ ਦੇ ਵਾਸਤੇ ਯੂਨੀਵਰਸਲ ਲਾਅ ਹੋਇਆ ਕਰਦਾ ਹੈ, ਜੋ ਗੁਰੂ ਨਾਨਕ ਸਾਹਿਬ ਸ੍ਰਿਸ਼ਟੀ ਤੇ ਲੈ ਕੇ ਆਏ, ਧਰਤੀ ਤੇ ਲੈ ਕੇ ਆਏ, ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਦਿੱਤਾ ਹੈ। ਮੈਂ ਸਮਝਦਾ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਸਾਡੇ ਗੁਰੂ ਨੇ। ਇਸ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਜਿਹੜਾ ਮਨੁੱਖ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਫੋਲੋ ਕਰਦਾ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹੈ, ਕਿਉਂਕਿ ਵਿਚਾਰਧਾਰਾ ਤੋਂ ਬਿਨਾਂ ਤੇ ਸਿੱਖ ਨਹੀਂ ਨਾ ਹੋ ਸਕਦਾ। ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਸਾਹਿਬ ਜੀ ਨੇ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ, ਜੋ ਵੱਡੀਆਂ ਵਿਚਾਰਧਾਰਾ ਇਸ ਭਾਰਤ ਖੰਡ ਵਿੱਚ ਚੱਲ ਰਹੀਆਂ ਸੀ, ਗੁਰੂ ਸਾਹਿਬ ਨੇ ਕਿਹਾ ਸਾਡਾ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਸਾਡਾ ਉਹਨਾਂ ਤੋਂ ਸਿਧਾਂਤ ਵੱਖਰਾ ਹੈ, ਸਾਡਾ ਜਨਮ ਵੱਖਰਾ ਹੈ, ਸਾਡਾ ਮਰਨ ਵੱਖਰਾ ਹੈ, ਸਾਡੇ ਕਾਰਜ ਵੱਖਰੇ ਨੇ, ਸਾਡੇ ਬੋਲ ਬਾਲੇ ਵੱਖਰੇ ਨੇ, ਹਰ ਤਰੀਕੇ ਨਾਲ ਪਹਿਰਾਵਾ ਵੱਖਰਾ ਹੈ, ਸਾਡਾ ਸਭ ਕੁਝ ਉਹਨਾਂ ਤੋਂ ਵੱਖਰਾ ਹੈ। ਲੇਕਿਨ ਵੱਖਰੇਵਾਂ ਹੁੰਦੇ ਹੋਏ ਵੀ ਅਸੀਂ ਸਾਰਿਆਂ ਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਦੇ ਹਾਂ, ਹੈ ਨਾ। ਜਦੋਂ ਕਿ ਤੁਸੀਂ ਦੂਜੇ ਸਮੁਦਾਇ ਜਾਂ ਧਰਮ ਜਾਂ ਕਮਿਊਨਿਟੀ ਦੀ ਗੱਲ ਕਰਦੇ ਹੋ, ਉਹਨਾਂ ਦੇ ਵਿੱਚ ਇੱਕ ਆਪਣੇ ਸਮਾਜ ਨੂੰ ਅੱਗੇ ਲੈ ਕੇ ਚੱਲਣ ਦੀ ਗੱਲ ਹੁੰਦੀ ਹੈ। ਲੇਕਿਨ ਸਿੱਖ ਸਮਾਜ ਕਹਿ ਲਓ ਜਾਂ ਸਿੱਖ ਧਰਮ ਕਹਿ ਲਓ,
ਸਮਾਜ ਅਤੇ ਧਰਮ ਮੈਂ ਸਮਝਦਾ ਵੀ ਇਸ ਨੂੰ ਜੇ ਅਸੀਂ ਵੱਖਰਾ ਵੱਖਰਾ ਨਹੀਂ ਕਹਿ ਸਕਦੇ, ਇੱਕ ਸਿੱਕੇ ਦੇ ਦੋ ਪਹਿਲੂ ਕਹਿ ਸਕਦੇ ਹਾਂ। ਇੱਕ ਧਰਮੀ ਮਨੁੱਖ ਇੱਕ ਸਮਾਜ ਦਾ ਹਿੱਸਾ ਹੁੰਦਾ ਹੈ ਤੇ ਸਮਾਜ ਦੇ ਵਿੱਚ ਹੀ ਧਰਮੀ ਮਨੁੱਖ ਹੋਇਆ ਕਰਦੇ ਨੇ। ਸੋ ਉਸ ਤਰੀਕੇ ਦੇ ਨਾਲ ਸਿੱਖ ਇੱਕ ਯੂਨੀਵਰਸਲ ਧਰਮ ਹੈ। ਗੁਰੂ ਸਾਹਿਬ ਜੀ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਪਰਮੇਸ਼ਵਰ ਆਪ ਇਸ ਜਿੰਨੇ ਵੀ ਗੁਰਮਤਿ ਦੇ ਸਿਧਾਂਤ ਨੇ, 5 ਕਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੇ ਨੇ, ਮੈਂ ਸਮਝਦਾ ਵੀ ਪੂਰੀ ਮਨੁੱਖਤਾ ਵਾਸਤੇ ਨੇ। ਲੇਕਿਨ ਜੋ ਧਾਰਨ ਕਰ ਲੈਂਦਾ ਉਹ ਖਾਲਸਾ ਹੋ ਜਾਂਦਾ ਹੈ। ਧਾਰਨ ਤੇ ਕੋਈ ਵੀ ਕਰ ਸਕਦਾ ਹੈ, ਕਿਸੇ ਵੀ ਜਾਤੀ ਦਾ ਕਰ ਸਕਦਾ, ਕਿਸੇ ਵੀ ਕਮਿਊਨਿਟੀ ਦਾ ਕਰ ਸਕਦਾ, ਕਿਸੇ ਵੀ ਸਮਾਜ ਦਾ ਕਰ ਸਕਦਾ, ਲੇਕਿਨ ਜਦੋਂ ਕਰ ਲੈਂਦਾ ਫਿਰ ਉਹਨੂੰ ਅਸੀਂ ਖਾਲਸਾ ਕਹਿ ਦਿੰਦੇ ਹਾਂ। ਤੁਸੀਂ ਜੋ ਤਰਕ ਦਿੱਤੇ ਨੇ, ਮੈਂ ਉਸ ਤਰਕਾਂ ਦੇ ਉੱਤੇ ਦੂਸਰੇ ਪਾਸੇ ਨਹੀਂ ਜਾਣਾ ਚਾਹੁੰਦਾ, ਮਗਰ ਸਿੱਖਾਂ ਦੀ ਨੇ ਇੱਕ ਬੜੀ ਪੁਰਾਣੀ ਮੰਗ ਰਹੀ ਹੈ ਪਿਛਲੇ 60-70 ਸਾਲਾਂ ਤੋਂ। ਆਰਟੀਕਲ 25(b) ਦੇ ਅੰਦਰ ਸਾਨੂੰ ਕਿਸਾਦਾਰੀ ਹਿੰਦੂ ਦਾ ਦਰਜਾ ਦਿੱਤਾ ਗਿਆ। ਇਹ ਵੀ ਸਿੱਖਾਂ ਦੀ ਬੜੀ ਵੱਡੀ ਮੰਗ ਹੈ। ਮਾਫ ਕਰਨਾ, ਅਗਰ ਅਸੀਂ ਤੁਹਾਡੇ ਤਰਕ ਦੇ ਹਿਸਾਬ ਨਾਲ ਦੇਖੀਏ ਤੇ ਫਿਰ ਆਪਾਂ ਤੇ ਗੱਲ ਹੀ ਨਹੀਂ ਕਰ ਸਕਦੇ ਸਰਕਾਰ ਦੇ ਨਾਲ ਕਿ ਸਿੱਖ ਕੌਮ ਨੂੰ ਇੱਕ ਅਡਰਾ ਧਰਮ ਸਰਕਾਰ ਮੰਨੇ। ਸਰਕਾਰ ਤੇ ਤੁਹਾਡੇ ਵਾਲੇ ਹੀ ਅਲਫਾਜ਼ ਵਰਤ ਦੇਗੀ ਕਿ ਸਿੱਖ ਯੂਨੀਵਰਸਲ ਧਰਮ ਹੈ ਤੇ ਅਸੀਂ ਖਾਲਸੇ ਨੂੰ ਵੱਖਰਾ ਹੀ ਨਹੀਂ ਮੰਨਦੇ। ਮੇਰਾ ਸਵਾਲ ਫਿਰ ਉੱਥੇ ਹੀ ਆਉਂਦਾ ਹੈਗਾ, ਸਿੱਖ ਸਮਾਜ ਉਹ ਸਿੱਖ ਧਰਮ ਨੂੰ ਆਪਾਂ ਅਲੱਗ-ਅਲੱਗ ਕਿਵੇਂ ਕਰਾਂਗੇ? ਆਪਾਂ ਇਹ ਨਹੀਂ ਕਹਿ ਰਹੇ ਹੈਗੇ ਕਿ ਖਾਲਸਾ ਧਰਮ ਮਾਨਵਤਾ ਦੇ ਲਈ ਸਜਾ। ਗੁਰੂ ਸਾਹਿਬ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਲਫ਼ਜ਼ ਵਰਤਿਆ, ਪੂਰੀ ਸ੍ਰਿਸ਼ਟੀ ਦੀ ਸੇਵਾ ਦੇ ਲਈ ਰੱਖਿਆ ਹੈਗਾ। ਤੇ ਤੁਹਾਡੀ ਗੱਲ ਦਾ ਤਾਂ ਮੈਂ ਜਿੰਨੀ ਮੈਨੂੰ ਗੁਰੂ ਸਾਹਿਬ ਨੇ ਮੱਤ ਬਖਸ਼ੀ ਮੈਂ ਤਾਂ ਉਨੀ ਹੀ ਗੱਲ ਕਰਾਂਗਾ। ਤੁਹਾਨੂੰ ਲੱਗਦਾ ਨਹੀਂ ਸਿੱਖ ਸਮਾਜ ਨਹੀਂ ਸਿੱਖ ਧਰਮ ਲਫ਼ਜ਼ ਵਰਤਿਆ ਜਾਣਾ ਚਾਹੀਦਾ? ਦੇਖੋ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਸਿੱਖ ਧਰਮ ਲਫ਼ਜ਼ ਅਗਰ ਅਸੀਂ ਵਰਤਨੇ ਆ ਤੇ ਉਹ ਸਮੁੱਚੇ ਮੈਂ ਕਹਿੰਦਾ ਵੀ ਸਿੱਖ ਸਮਾਜ ਦੇ ਉੱਤੇ ਉਹਨੂੰ ਲਾਗੂ ਨਹੀਂ ਹੋ ਸਕਦਾ, ਕਿਉਂਕਿ ਅਸੀਂ ਗੁਣਾਂ ਦੀ ਗੱਲ ਕਰਦੇ ਹਾਂ। ਦੇਖੋ, ਪਹਿਰਾਵਾ ਦੇਖ ਕੇ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਸਿੱਖ ਹੈ, ਲੇਕਿਨ ਗੁਰੂ ਸਾਹਿਬ ਜੀ ਦੀ ਕਸਵੱਟੀ ਤੇ ਉਹ ਖਰਾ ਹੈ ਜਾਂ ਨਹੀਂ ਹੈ, ਉਹ ਧਰਮੀ ਹੈ ਜਾਂ ਨਹੀਂ ਹੈ, ਇਹ ਤੇ ਬਾਅਦ ਦੀ ਗੱਲ ਹੈ ਨਾ। ਇਸੇ ਕਰਕੇ ਜਦੋਂ ਅਸੀਂ ਸਿੱਖ ਧਰਮ ਕਹਿ ਦਿੰਦੇ ਹਾਂ ਨਾ, ਤੇ ਉਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਸਿਰਫ ਪਹਿਰਾਵਾ ਧਾਰਨ ਕੀਤਾ ਹੋਇਆ ਉਹ ਵੀ ਆਪਣੇ ਆਪ ਤੇ ਧਰਮ ਦੀ ਸਟੈਂਪ ਲਾ ਲੈਂਦੇ ਨੇ। तो पेखी हो गए ना, माथे तिलक हथ माला बाना, लोग ने राम खिलौना जाना, और तो फिर ये यूनीवर्सल गल आ जाती है। भैन जी तो ही ये सवाल कहने, भैन जी तुसी भी लफ्ज़ वरत्या, साडे देश के प्रधानमंत्री मोदी साहब ने भी लफ्ज़ वरत्या कि हिंदुओं की राखी दे लई, इस देश की राखी लई। तुहानूं लगदा नहीं असीं गुरु साहब की कुर्बानी नूं बड़ा छोटा कर दिता, सिर्फ हिंदू धर्म दे नाल जोड़ के? उन्होंने ज़ालम के खिलाफ शहादत दी, जुल्म के खिलाफ दी। अगर उस वेले मुगल ना होंदे, अंग्रेज होंदे, कोई तीजी धीर होंदी, तो गुरु साहब ने तो जिहड़े उन्हां दे मजलूम आए सन कश्मीरी पंडित, माफ़ करना, आते फिल्मां दे अंदर वो भी इतिहास भी गालिया जा रहा जी कश्मीरी पंडित ते गए ही नहीं सी। ते कित्थे ना कित्थे तुहानूं लगदा नहीं कि असीं गुरु तेग बहादुर साहब की शहादत नूं बड़ा छोटा करके आंक रहे हैं खाली हिंदुओं की राखी लई? उन्होंने तो इंसानियत मानवता की राखी दे लिए काम किया। देखिए वीर जी, मैं इसके ऊपर बहुत सारी बातें उठाती आई हूँ, मेरा विरोध भी हुआ है इसी बात नहीं, मैं आपको एक मिनट के लिए रोकूंगा। मैं तारीफ कर रहा हूँ, आप जो काम कर रहे हैं वो हमारे सिख लीडरों को करना चाहिए, बट जहाँ पर आपके कुछ, देखिए मैं ये क्वेश्चन इसलिए क्लियर कर रहा हूँ और मैं हिंदी में भी आपको इसलिए एक्सप्लेन कर रहा हूँ कि जो लोग आपकी इन सेवाओं पर क्वेश्चन मार्क करते हैं, आज मैं वो सारे रेज कर रहा हूँ ताकि उनको भी जवाब मिल सके। देखिए, मैंने यहाँ तक कि ये भी बोला था और अपने सिख जथेबंदियों से भी अपील की थी कि आप श्री गुरु तेग बहादुर जी को ये ना कहें कि वो हिंदुओं के रक्षक थे। अगर वो हिंदुओं के रक्षक है तो कहाँ है वो हिंदू? उनको मानते क्यों नहीं? मेरा सवाल है ये अपने हिंदू भाई बहनों से। अगर आप एक शब्द में कहते हैं कि हमारे हिंदू के रक्षक हैं, हिंदू धर्म के रक्षक हैं, फिर वो हिंदू धर्म के रक्षक वो कहाँ हैं, लोग कहाँ हैं? आज वो फिर क्यों अपने मंदिरों को और उनको अपने त्योहारों को मानते हैं? फिर वो श्री गुरु तेग बहादुर जी की शरण में क्यों नहीं आते? तो मेरे ये सवाल बहुत लोगों को कटाक्ष करता है कि देखिए, श्री गुरु तेग बहादुर जी को बहुत छोटे से एक समूह में मत लाइए। उनका दर्जा बहुत विश्व लेवल का, उनका दर्जा। मैंने एक पुस्तक लिखी है, मुझे बहुत दुख होता है जब मैं एक पुस्तक देखती हूँ कि सिखों के 90 गुरु तेग बहादुर जी। हम एक पुस्तक लिख रहे हैं कि सृष्टि की चादर श्री गुरु तेग बहादुर, क्योंकि वो विश्व गुरु हैं। उनके जैसी शहादत तो इस भारतवर्ष में है ही नहीं। और दूसरी बात, मैंने इस पे भी ऑब्जेक्शन किया था, पता नहीं वो आप लोगों को सही लगता है कि नहीं, लेकिन मुझे भी नहीं पता गुरु साहब मुझसे क्या करवाना चाहते हैं। सच्चाई मैं हमेशा बोलती हूँ, तो सच्चाई के हिसाब से मैंने ये बोला था कि आप हिंद की चादर ना कहें, क्योंकि हिंद शब्द आप भी समझते हैं कि मुगलों के द्वारा दिया गया हमें एक नाम है। हालांकि लोग विरोध करते हैं मेरा, लेकिन मैं उनको कहती हूँ कि देखिए, आज उस समय हमारे माँ बाप जो थे वो साइकिल पे चलते थे, आज हम लोग गाड़ियों में चलते हैं, समय बदल चुका है। उस टाइम लोगों मुगलों के द्वारा दिया गया नाम था, तब उनको हिंद की चादर कहा गया। पर आज हमारी सिख जथेबंदियां जहाँ पर प्रचार होता है वो वहाँ हिंद की चादर कहती हैं, कहते हैं हिंदू धर्म के रक्षक। तो मैं कहती हूँ कि वो हिंदू धर्म के रक्षक नहीं, वो मानवता के रक्षक है, धर्म की चादर है, सृष्टि की चादर है। आप उनको उस तरीके से इंट्रोड्यूस करो। मुझे बहुत दुख होता है जब उनको सिखों का गुरु कहा जाता है, क्योंकि आज अगर उन्होंने सनातन के लिए अपनी शहादत दी है, हिंदू धर्म के लिए दी है, तो वो हिंदू आज कहाँ है? तब कोई मंदिर की घंटी क्यों नहीं बजी? तब कोई देवी देवताओं का पूजा काम क्यों नहीं आया? तब क्यों ये तिलक जनेऊ जिनको रखने वाले आज लोग कहते हैं हम पंडित हैं, आज वो पंडित कहाँ है? आज वो मंदिरों से बाहर निकलो। आप क्यों नहीं अपने मंदिरों में सनातन धर्म के लोग जो हैं वो गुरु तेग बहादुर जी का प्रकाश
पर्व मनाते, मनाना चाहिए उनको। अगर वो आज जयंती मनाते हैं, आज बड़े बड़े पद पे वो मंदिरों में समागम करते हैं, तो सबसे पहला अधिकार श्री गुरु तेग बहादुर जी का है। क्योंकि जब हाहाकार मची हुई थी, पंडित कृपाराम जी कश्मीरी पंडितों के साथ अपना जत्था लेकर गए, तो गुरु साहब ने हंसते हंसते अपनी शहादत दे दी। क्या गुरु साहब को ये नहीं पता था कि ये हमारे कि कौन सी मतलब जाति के लोग हैं? उन्होंने तो देखा ही नहीं, चाहे उसमें वो किसी भी जाति के हों, बनिए हों, ब्राह्मण हो, लेकिन उन्होंने तो देखा ही नहीं। कश्मीरी पंडित गए वहां पर, उन्होंने शहादत का ऐलान कर दिया कि जाओ औरंगजेब को बोलो अगर इस्लाम कबूल करवा देता है तो सब लोग इस्लाम कबूल कर लेंगे। आज अगर श्री गुरु तेग बहादुर जी ना होते तो ये मैं दावे के साथ कह सकती हूँ कि पूरा देश इस्लाम में परिवर्तित होता। और अगर हालात यही रहे, अगर हालात नहीं बदले, तो वो दिन दूर नहीं है कि जब फिर से चोटियां काटी जाएंगी और फिर से लोग भागेंगे। लेकिन आज अगर काम करेगी तो श्री गुरु तेग बहादुर जी की विचारधारा काम करेगी। दोबारा कोई नहीं आने वाला इस तरीके से। तो सनातन के लिए भी मेरा यही एक मैसेज है कि आप अपने घरों से निकलो। आज जहां आप अपने घरों में पूजा पाठ करते हो, श्री गुरु तेग बहादुर जी को नतमस्तक होकर उनकी शहादत को याद करो। आज अपने बच्चों को सिखाओ कि हाँ, जहाँ गुरु साहब ने भक्ति और शक्ति का मार्ग दिया है वहाँ शहादत भी दी है। तो अपने बच्चों को क्यों नहीं अवेयर करते? तो मेरा यही सवाल बार बार रहता है कि आप उनको हिंद की चादर ना कहें, हिंदू धर्म से ना जोड़ें उनको कि वो हिंदू धर्म के रक्षक हैं। बहुत सारे सवाल हैं जो मेरे मन में उठते हैं, उनका मैं आंसर लोगों को देती भी हूँ। लेकिन कुछ लोग हैं उसको अपने ही लोग जो आज बड़े बड़े स्टेजों पर हैं, सिख जथेबंदियां हैं, वो भी सवाल उठाती हैं कि आप क्यों हिंदू धर्म के रक्षक वो नहीं थे। मैंने अब भी बोल रही हूँ ऑन कैमरा और हमेशा बोलती रहूंगी, क्योंकि देखो जो लोग प्रचार करते हैं, आज मैं अपने दिल से बोलती हूँ कि मैं प्रचारकों की तरह नहीं, मैं गुरु तेग बहादुर जी की बेटी बन के काम करती हूँ। मैं उनकी बेटी बनने का फर्ज अदा कर रही हूँ। आज मेरी 12वीं पीढ़ी चल रही है, 11 पीढ़ी तक सऊदी नहीं आई, लेकिन 12वीं पीढ़ी मैं अपना फर्ज भी निभाऊंगी। कर्ज तो मेरी 7 पीढ़ियाँ नहीं चुका सकती, लेकिन वो फर्ज जरूर निभाऊंगी। अगर गुरु साहब हमारे लिए शहादत दे सकते हैं, क्या हम अपना समय नहीं दे सकते? क्या अपना प्रोफेशन छोड़कर उनका प्रचार नहीं कर सकते? आज अगर मैं इस जीवन में जिंदा हूं तो सारा श्रेय गुरु तेग बहादुर जी को जाता है। सनातन धर्म जिंदा है तो गुरु तेग बहादुर जी को जाता है सारा श्रेय। तो क्यों नहीं सनातन आगे आता है? मुझे दुख होता है कि देखिए समागम भी हुआ बहुत बड़े लेवल पर, वहाँ सनातन का बहुत कम तबका था, वहाँ सारे सिख समाज था। तो क्या वो सिखों के गुरु हैं? जब शहादत लेनी हो तो गुरु तेग बहादुर जी, जब पूजा करनी हो तो आपके मंदिर। तो ये न्यायपूर्ण बात नहीं है। देखिए, मुझे नहीं अच्छा लगता, मैं सच्चाई बोलती हूँ इसलिए क्योंकि मैं गुरु तेग बहादुर जी को अपने पिता समान मानती हूँ और मेरे दिल में कुछ दर्द है उनको लेकर, कुछ भाव हैं। अब ये तो गुरु तेग बहादुर जी जानते हैं मुझसे क्या करवाना चाहते हैं। प्रचार करवा रहे हैं, हम भी कर रहे हैं। ਸੰਗਤ ਜੀ, ਅਸੀਂ ਲਗਾਤਾਰ ਜੁੜੇ ਹੋਏ ਹਾਂ ਭੈਣ ਜੀ ਦੇ ਨਾਲ ਔਰ ਗਿਆਨੀ ਤੇਜਿੰਦਰਪਾਲ ਸਿੰਘ ਜੀ ਦੇ ਨਾਲ, ਕਿਉਂਕਿ ਅਸੀਂ ਚਾਹੁੰਦੇ ਹੈਗੇ ਹਾਂ, ਕਿਉਂਕਿ ਪ੍ਰੋਗਰਾਮ ਦੀ ਸਮਾਪਤੀ ਤੋਂ ਅਸੀਂ ਪਹਿਲੇ ਹੀ ਪਹੁੰਚ ਗਏ ਹਾਂ। ਕਹਿ ਲਈਏ ਕਿ ਅਸੀਂ ਆਪਣਾ ਪੰਥਕ ਫਰਜ਼ ਜ਼ਰੂਰ ਨਿਭਾਇਆ ਕਿ ਮੀਡੀਆ ਦਾ ਕੰਮ ਹੁੰਦਾ ਮੌਕੇ ਤੇ ਪਹੁੰਚ ਕੇ ਪ੍ਰੋਗਰਾਮ ਨੂੰ ਕਵਰ ਕਰਨਾ। ਔਰ ਜੋ ਭੈਣ ਜੀ ਔਰ ਜੋ ਭਾਈ ਸਾਹਿਬ ਇੰਨੇ ਦੂਰੋਂ ਚੱਲ ਕੇ ਆਏ ਹੈਗੇ ਨੇ ਪੂਰੇ ਵਰਲਡ ਨੂੰ ਇੱਕ ਸੰਦੇਸ਼ਾ ਦੇਣ ਲਈ, ਸਾਡੇ ਚੈਨਲਾਂ ਦੇ ਰਾਹੀਂ ਆਪਾਂ ਉਹ ਦੁਨੀਆ ਤੱਕ ਪਹੁੰਚਾ ਪਾਈਏ ਔਰ ਅਸੀਂ ਆਪਣੀ ਸੇਵਾ ਨੂੰ ਲਗਾਤਾਰ ਨਿਭਾ ਰਹੇ ਹੈਗੇ ਹਾਂ। ਔਰ ਇੱਥੇ ਦੱਸ ਦਈਏ ਭੈਣ ਜੀ ਦਾ ਸਪੈਸ਼ਲ, ਤੁਸੀਂ ਦੇਖਿਆ ਹੋਏਗਾ ਮੇਰੇ ਸਵਾਲ ਵੀ ਕਈ ਤਿੱਖੇ ਸਨ। ਅਸੀਂ ਚਾਹੁੰਦੇ ਸੀ ਕਿ ਇਹ ਸਵਾਲ ਜ਼ਰੂਰ ਪੁੱਛੇ ਜਾਣ, ਹੋਰ ਸਵਾਲ ਨੇ, ਮਗਰ ਸਭ ਤੋਂ ਵੱਡੀ ਗੱਲ ਭੈਣ ਜੀ ਦਾ ਨਾਮ ਜਿਸ ਵੇਲੇ ਸੁਰਖੀਆਂ 'ਚ ਆਇਆ ਉਹਦੀ ਵਜ੍ਹਾ ਸੀ ਦਿੱਲੀ ਦੀ ਔਰੰਗਜ਼ੇਬ ਜਿਹੜੀ ਲੇਨ ਹੈਗੀ ਹੈ ਉਹਦੇ ਉੱਤੇ ਕਾਲਕ ਪੱਤ ਕੇ ਇਹਨਾਂ ਨੇ ਅੱਗ ਲਾਈ ਸੀ। ਜੋ ਵੀ ਕੀਤਾ ਸੀ ਉਹ ਵੀ ਡਿਟੇਲ ਅਸੀਂ ਇਹਨਾਂ ਕੋਲ ਹੀ ਲਵਾਂਗੇ। ਕੇਸ ਭੁਗਤ ਰਹੇ ਨੇ, ਤਰੀਕਾਂ ਭੁਗਤ ਰਹੇ ਨੇ ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜੋ ਸਵਾਲ नहीं चुक रही। भैन जी ने हरियाणा तो आके वो सवाल चुका। जो आप पर केस चल रहा है वो क्या है, उसकी डिटेल दे, फिर मैं बंदी सिंहों के मसले पर भी आऊँगा। आपने थोड़े दिन पहले भी वो तारीख भुगती है, कोर्ट के अंदर आप आए थे, क्या ये सारा मसला? देखिए, जब मुझे श्री गुरु तेग बहादुर जी के बारे में पता चला 2 साल पहले कि उन्होंने हमारे लिए शहादत दी, धर्मों के लिए शहादत दी, तो मेरे मन में आया कि औरंगजेब क्रूर आक्रांता, उसके नाम से एक लेन यहाँ पर है। हालांकि मैं अपने केस के थ्रू यहाँ आई हुई थी। जब मैंने वो लेन देखी तो मुझे बड़ा दुख हुआ और उसी दिन मैंने चार्जर की लीड से उसका नाप भी लिया कि मैं इसको डिस्ट्रॉय करूँगी कैसे ना कैसे, क्योंकि देखिए लोग उसको बोर्ड की तरह से देख सकते हैं, पर मेरे दिल में वो क्रूर आक्रांता एक पर्सन है कि उसने हमारे श्री गुरु तेग बहादुर जी का शीश कटवाने का आदेश दिया। तो मैंने आके उसमें 9 जनवरी को पेट्रोल डालकर 3 बार पेट्रोल डाला और उस पर आग लगाई। उसके बाद 100 नंबर पे कॉल करके मैंने खुद गिरफ्तारी दी है, क्योंकि मौके से भागना तो हमारे महापुरुषों ने नहीं सिखाया, तो इसलिए मैंने वहाँ पर गिरफ्तारी दी। उसके बाद हमें तिहाड़ भी ले जाया गया। वो देखिए श्री गुरु तेग बहादुर जी की कृपा की जमानत भी हमारी सेम डे हुई, क्योंकि मेरे खुद की मन थी कि मैं 6 बजे जाकर शाम को गुरुद्वारा शीशगंज साहिब मत्था टेकूँ, और 6 बजे गुरुद्वारा शीशगंज साहिब मैंने जाके मत्था भी टेका। ये गुरु तेग बहादुर जी की कृपा है। उसके बाद वो केस भी अभी मेरे ऊपर चल रहा है। 8 तारीख को हमने पिछले महीने उसमें जमानत भी कराई है। तो देखिए कि आज मुझे दुख इस चीज का हुआ कि जब श्री गुरु तेग बहादुर जी का प्रकाश पर्व दिल्ली में 100-150 करोड़ रुपए लगा के करवाया जा रहा था, तब वही औरंगजेब लेन दोबारा से फिर से स्थापित कर दी गई। क्या इस देश की बेटी का मोल नहीं है?
क्या हम लोग मतलब इस भावना में आके गुरु तेग बहादुर जी का संदेश देना चाहते हैं तो क्या दोबारा से बुराइयों को खड़ा कर दिया जाएगा? एक तरफ तो बहुत बड़े पद पे आप गुरु तेग बहादुर जी को समर्पित हैं, दूसरी तरफ आप औरंगजेब को भी चाहते हैं, तो निर्णय कौन लेगा? देखिए, औरंगजेब चाहिए कि गुरु तेग बहादुर जी चाहिए? आप निर्णय एक लो। औरंगजेब का नाम हमें देखिए, जैसे राम के साथ रावण का, कृष्ण के साथ कंस का, ऐसे ही गुरु तेग बहादुर जी, गुरु गोविंद सिंह जी के साथ औरंगजेब, इसका नाम जुड़ा रहेगा औरंगजेब का, बट बुराई की तरह। आप उसके नाम से कोई आलीशान रोड तो नहीं बना सकते, आप उसके नाम से कोई संग्रहालय नहीं बना सकते। ਸੰਗਤ ਜੀ ਤੁਸੀਂ ਲਗਾਤਾਰ ਵਿਚਾਰ ਸੁਣ ਰਹੇ ਹੋ, बड़ी वधिया गल की जी। जो आपने बात की बिल्कुल ठीक बात है कि इस मुद्दे के ऊपर और औरंगजेब लेन की बात करते हैं, सरकारों के फैसले, आपको क्या लगता है, चाहे दिल्ली की केजरीवाल सरकार कह लें या मोदी सरकार केंद्र के अंदर है, वो कहीं ना कहीं दोगली नीति अपना रही है? जी बिल्कुल दोगली नीति अपना रही है। मैंने आपको पहले भी बताया कि जहां औरंगजेब लेन है वहां पर औरंगजेब लेन भी हटाने के बाद लगाई गई, और उसके बाद देखिए कि गुरु तेग बहादुर जी का प्रकाश पर्व भी मनाया गया। तो ये दोगली राजनीति है। अगर मैं भारतवर्ष में वैसे बड़े बड़े नारे दिए जाते हैं, बेटी बचाओ बेटी पढ़ाओ अभियान, क्या प्रधानमंत्री मोदी जी के संज्ञान में नहीं है कि एक बेटी ने आग लगाई थी गुरु तेग बहादुर जी के चलते हुए, उनके सिद्धांतों को देखते हुए उन्होंने औरंगजेब में आग लगाई थी, औरंगजेब लेन को जलाया था, तो क्या मोदी जी के संज्ञान में नहीं है? पहली बात तो वो केस ही नहीं होना चाहिए था, लेकिन चलो केस तो मैं प्रसाद समझ के वो आज तक तारीखें भुगत रही हूँ, मुझे उसका कोई डर नहीं है। लेकिन मैं ये कहना चाहती हूँ कि फिर आप या तो औरंगजेब को ही चुन लीजिए, अगर फिर ये दिखावा क्यों? अगर दिखावा आप करते हैं तो फिर गुरु तेग बहादुर जी को सच्ची श्रद्धांजलि दें। अगर गुरु तेग बहादुर जी को आप मानते हैं, सच्ची श्रद्धांजलि क्यों नहीं देते हैं उनको? आज आपने किस किस तरीके से, मतलब हमारे बहुत सारे ऐसे, मैंने पिताश्री को फ़ोन किया रात को कि आप जागते रहना, मोदी जी का भाषण आने वाला है, बहुत बड़ी बड़ी घोषणाएं होंगी। लेकिन घोषणाएं क्या थी? डाक टिकट और सिक्का। उससे हम सेटिस्फाई नहीं है, क्योंकि आज सिख समाज की शहादतों का अगर सफ़र देखें, 85% जो है सिख समाज की शहादतें हैं। जब काले पानी जाते हैं, फांसी चढ़ते हैं, तब भी सिख आते हैं, और जब उनके काम निकल जाते हैं तो वो आतंकवादी हो जाते हैं। तो किस तरीके से आप देखते हैं? मैं बिल्कुल जी बिल्कुल आपने बहुत सही बात की। बिल्कुल हकीकत गल है संगत जी, ਜਦੋਂ ਅਸੀਂ ਹੱਕਾਂ ਦੀ ਗੱਲ करने तो टैग लग जाता है जी, अत्तवादी ने, खालिस्तानी ने। कल पिछले 2 दिनों में आपने पटियाले में देखा जो मसला हुआ, आपको आप किस नज़र से देखते हैं? हालांकि कुछ शिवसेना वालों ने खालिस्तान के विरोध में मार्च निकाला और सिख कम्युनिटी के लोग जो खालिस्तान के सपोर्टर बना दिए गए, सो कॉल्ड गोदी मीडिया में, आप इस केस को किस तरीके से देखते हैं? ये धर्म का मसला था, राजनीतिक मसला था, या कहीं ना कहीं कहें कि इस मसले के अंदर एक फिरकू बनाने का जो ख्याल है वो बना दिया गया? देखिए, सबसे पहले तो मैं खालिस्तान की अगर बात करूं तो मैं आपको बताऊं कि सुप्रीम कोर्ट की गाइडलाइंस है, कोई भी खालिस्तान मुर्दाबाद का नारा यहाँ भारत में नहीं लगा सकता, ठीक है? अगर जो दूसरे जो शिवसेना वाले थे, जो वहाँ पर एजिटेशन कर रहे थे, बड़े बड़े वो रैलियाँ निकाल रहे थे खालिस्तान मुर्दाबाद की, मैं ये कहती हूँ कि ये लोग सब सुरक्षाओं के चक्कर में करते हैं। पहले भी इनको सुरक्षाएँ, वायु सुरक्षा दी गई है, आगे भी ये सोचते हैं कि हमें सुरक्षाएँ दी जाएँ। तो ये एक माहौल ख़राब करने का एक षड्यंत्र है, जो कि सरकार के द्वारा भी करवाया जाता है। आज तक आप देख रहे हैं कि धर्म के ऊपर राजनीति हो रही है। आज हिंदू राष्ट्र कह के राजनीति की जा रही है, आज हिंदू मुस्लिमों को लड़वाने का प्रयास किया जा रहा है, और सिखों का भाईचारा खराब करने का प्रयास किया जा रहा है। क्यों? आज उसमें मरने वाले कौन है? आपका भाई होगा, मेरा बेटा होगा। तो उसमें राजनीति जो लोग हैं, उनके बच्चे तो विदेशों में पढ़ रहे हैं, वो तो आराम से एसी में बैठे हुए हैं। लेकिन आज अगर देश में ज़रूरत है तो गुरु नानक देव जी के सिद्धांत पे चलने की, आज मानवता के सिद्धांत पर चलो, सभी एक हैं। लेकिन इस तरीके से जो पटियाला में, वो बहुत ही मतलब शर्मनाक है सरकारों के लिए भी, मैं कहूँगी, और खासकर उन शिवसेना वालों के लिए, कि किस तरीके से उन्होंने ये माहौल बनाया, किस तरीके से बहुत बड़ा एक मतलब माहौल ख़राब हो सकता था। उसमें हमारे नवयुवक, हमारे भाई जाते, और फिर गलतियां निकलती सिखों की, कहते तो कृपाण लेके आए हैं, ये तो मारने आए थे। लेकिन ऐसा कुछ नहीं है। मैंने खुद भी देखा कि जब ये सारा कुछ हो गया, जो लोग भूखे थे उनको सिख समाज ने रोटी खिलाई, उनको दूध की बोतलें बांटी। तो एक तरफ सिख समाज का ये भी एक अलग से दायित्व बनता है, और वो कर भी रहे हैं एक तरह से। तो मैं ये कहती हूँ, पटियाला में जो हुआ वो सारा राजनीतिक षड्यंत्र था, और ये लोग हायर किए जाते हैं, शिवसेना जैसी संस्थाएं, कि किस तरीके से माहौल बिगाड़ने की कोशिश की जाए। आप वकील हैं, बंदी ਸਿੰਘों की आपने बात की। भाई साहब जी, मैं ਤੁਹਾਡੇ ਤੋਂ भी ये सवाल पूछांगा, बट मैं पहले भैन जी ਨਾਲ गल कर लूँ। ये सवाल ਤੁਹਾਡੇ ਕੋਲ भी आएगा। जो बंदी सिंह हमारे जेलों में हैं, कानून कहता है कि अगर किसी की एक सज़ा पूरी हो जाए तो उस सज़ा पूरी होने के बाद उसको छोड़ देना एक कानूनी पक्ष है। लेकिन जितने भी सिख हमारे बंदी सिंह हैं, उन सब की अगर हम बात करते हैं तो उनके ऊपर एक टैग लगा दिया जाता है कि ये तो जी खालिस्तानी है, ये तो जी अत्तवादी है। उनको सज़ा पूरी होने के बाद, मैं मिसाल के तौर पर जत्थेदार भाई जगतार सिंह हवारा, जिनको लाखों लोगों ने कौम का जत्थेदार बनाया, मैं वैसाखी वाले दिन उनसे मुलाकात करके भी आया हूँ जेल के अंदर। वैसाखी के दिन लंगर का प्रोग्राम था। अगर हम उनके केसों की बात करते हैं, कल
शायद आपके पास डिटेल ना होगी, कल भी कोर्ट के एक केस के अंदर जो सत्ता पक्ष था या कह लें जो उनके खिलाफ केस लड़ रहा था वो प्रेजेंट ही नहीं हुआ। अगली बार तारीख मांगी, तारीख पर तारीख वाली बात, पेश होते नहीं हैं। तो सरकार ने, कोर्ट ने जुर्माना लगाया सरकार के ऊपर कि आप अपना पक्ष नहीं रख पा रहे, तो उनको एक केस के अंदर जमानत दे दी। जानबूझकर जो हमारे सिख हैं, जो कह ले जिन्होंने कौम के लिए कुर्बानियां देने की कोशिश की, या कुछ जिनको हम बंदी सिंह के तौर के ऊपर कहते हैं, क्या आपको लगता है ये देश विरोधी हैं, इनको रिहा नहीं होना चाहिए कानूनी तौर पर? आप वकील हैं, आप उस वकालत के नज़रिए से बताएं। देखिए, सबसे पहले मैंने जब उनका केस स्टडी किया, खुद ही स्टडी किया था कि किस किस तरीके से उनको अंदर किया गया, किस तरीके से सारा हुआ। और अगर संविधान की बात की जाए तो डॉक्टर भीमराव अम्बेडकर जी ने जो संविधान बनाया है, सबका फ़र्ज बनता है, सरकारों का फ़र्ज बनता है, माननीय अदालत का फ़र्ज बनता है कि उन संविधान के अंदर रहकर ही कार्य किया जाए। और जिस तरीके से बंदी सिंहों को अंदर रखा गया, जगतार सिंह हवारा जी को सजाएं पूरी हो चुकी हैं इन लोगों की, लेकिन फिर भी जब इनका बाहर निकलने का समय आता है कुछ ना कुछ षड्यंत्र रच दिए जाते हैं। जब एक बलात्कारी बहुत बड़े बड़े लेवल पर ये लोग पेरोल पे आ सकते हैं, ये लोग रिहा हो सकते हैं, तो जगतार सिंह हवारा क्यों नहीं? अगर कोई भी इंसान, क्या मर्डर नहीं करते लोग? लाखों की संख्या में लोग मर्डर करके बाहर आते हैं, उनको पेरोल भी दी जाती है, वो जमानत भी लेते हैं, वो रिहा भी होते हैं, वो बरी भी होते हैं। लेकिन आज जगतार सिंह हवारा जी और सारे बंदी सिंहों को, इनको किस तरीके से रखा गया है? अभी मैं देख रही थी पिछले दिन कि जगतार सिंह हवारा जी को मेडिकल जांच के लिए लाया गया तो हथकड़ियाँ बंधी हुई थी, और मतलब उस तरीके से लाया गया जैसे वो कोई आतंकवादी हो। देखिए, अगर उन्होंने कोई काम किया है, उन्होंने कोई गलत कार्य किया है, तो उसको सजा कोर्ट के द्वारा दी गई, लेकिन अब रिहा कर देना चाहिए। सजा पूरी भी हो चुकी। सजा पूरी हो चुकी है। और मैं तो माननीय अदालत से, अपनी सुप्रीम कोर्ट से भी हाथ जोड़कर अपील करती हूँ कि आप उन बंदी सिंहों को रिहाई कीजिए, क्योंकि देश में सिख समाज का बहुत योगदान है। आप ज़्यादा से ज़्यादा उनके समर्पण भाव को देख के, उनके आत्म बलिदान को देखकर सिखों के, आप उनको रिहा कर दीजिए। और देखिए, मानने वाली बात यह है कि जगतार सिंह हवारा जी नवयुवकों के लिए एक बहुत अच्छा संदेश लेकर आ सकते हैं। जैसे कि आपने को पता ही है, जरनैल सिंह जो संत जरनैल सिंह खालसा भिंडरावाले जी, उनकी सोच बहुत अच्छी थी। शायद उनको लोगों ने बहुत गलत तरीके से मतलब इंट्रोड्यूस किया, लेकिन मैं खुद सनातन से होने के बावजूद मैंने उनको पढ़ा है, उनका आनंदपुर साहब का मता पढ़ा है। बहुत सारी चीज़ें हैं जो हमारे देश में गलत तरीके से इंट्रोड्यूस की जा रही हैं। आज अगर विचारधाराओं की बात करें तो विचारधारा लागू की जा सकती है, हमारे नवयुवकों तक ये संदेश जा सकता है। तो सिंह बंदियों को रिहा किया जाना चाहिए, और अपील भी है सुप्रीम कोर्ट से भी और हमारी भारत सरकार से भी कि उनको बंदियों को रिहा किया जाए। असंवैधानिक तौर से रखने का अधिकार ना भारत सरकार को है और ना ही किसी और को है। मैंने आपकी कुछ पुरानी वीडियो देखी हैं, आपने संत जी जरनैल सिंह भिंडरावाले को अपना आइडियल भी बोला हुआ है, तो क्या आप उनकी सोच, आनंदपुर साहब मते की आपने बात की, आप उसके हक में हैं? जी, देखिए, मैं आनंदपुर साहब के मते के बिल्कुल हित में हूँ, और मैं पंजाब को ये मतलब एक बार मैंने नसीहत भी दी थी कि जब भी कोई सरकार आती है तो आप, वैसे तो जब कोई पर्व होता है तो आप टी शर्ट पहनते हो संत जी की, आप बड़ी बड़ी रैलियाँ निकालते हो, आप लड़ पड़ते हो अगर उनको कोई कुछ कहता है, लेकिन जब सरकारें आती है तब आप चुप क्यों होते हो? तो वो आनंदपुर साहब का मता क्यों नहीं लेके आते? आप क्यों नहीं सरकारों को कहते अगर आनंदपुर साहब का मता आप लेके आओगे घोषणा पत्र में तब हम आपको वोट देंगे? तब ये सिख जथेबंदियाँ कहाँ जाती है? तब वो चुप क्यों रहते हैं? और देखिए, संत जी ने अगर लड़कियों के लिए कुछ आवाज़ उठाई, अगर दहेज प्रथा के लिए आवाज़ उठाई, तो क्या वो गलत है? अगर बात की जाए नशे की, अगर उन्होंने नशा बंद करवाया तो क्या वो गलत है? अगर मैं बात करूँ अपने हकों की, तो वो हक क्या गलत थे? सभी पंजाबियों के हित में थे, राष्ट्र हित में थे। ऐसा नहीं है वो सारे उन्होंने सिख समाज के लिए मांगे थे। और अगर सिख समाज शहादतें दे रहा है तो उनका फ़र्ज बनता है इस भारतवर्ष से कुछ मांगने का। 1947 से अब तक सिख समाज सिर्फ वोटों के लिए यूज़ होता आया है, और आज भी हो रहा है। 1947 से अपने अधिकार कहाँ मिल रहे हैं? उनके हितों की रक्षा नहीं हो रही। और अगर संत जी की बात करें तो देखिए, उन्होंने जो विचारधारा अपनाई, आज बच्चों को उनकी विचारधारा पे चलना चाहिए, अन्याय के विरुद्ध लड़ाई लड़नी चाहिए। उन्होंने बिल्कुल सही रास्ते पर लोगों को लाने की कोशिश की। उन्होंने क्या मांगा था कि दरबार साहब को पवित्र शहर का घोषणा की जाए, जो हमारी गुरबानी है वो दूरदर्शन पर प्रदर्शित की जाए। ये मांगे कहाँ से गलत लगती हैं और किसको लगती है? अगर किसी को लगती है तो आप मुझसे आके डिबेट कर सकता है। मैं ओपनली चैलेंज देती हूँ कि आप मुझसे डिबेट कर सकते हैं कि संत जी कहाँ गलत थे। ये लोगों के द्वारा जो एक भूमिका निभाई जाती है ना कि संत जी ऐसे थे वैसे थे, तो मैं उन लोगों को कहती हूँ कि वो खुद में ही खुद अपनी विचारधारा से गिरे हुए हैं। वो खुद अपनी विचारधारा लागू नहीं कर पाए। आज तक वो देश के लिए क्या कर पाए? और आप ये नोट कर सकते हैं, जो लोग उनके बारे में बोलते हैं वो देश के लिए क्या, वो अपने घर के लिए भी कुछ नहीं कर पाते। बिल्कुल संगत जी, भैन जी ने जो गल्लां कीतियां ने ना, शायद किਤੇ ना किਤੇ शीशा दिखाया है सिख कौम ਦੇ ਵੈਰੀਆਂ ਨੂੰ ਤੇ ਸਾਡੇ ਸੋ ਕਾਲਡ ਉਹ ਪੰਥਕ ਅਖੋਤੀ ਪੰਥਕ ਚਿਹਰੇ ਜਿਹੜੇ ਬੜੇ ਵੱਡੇ ਵੱਡੇ ਦਾਅਵੇ ਕਰਦੇ ਹੈਗੇ ਨੇ ਕਿ ਜਿਸ ਵੇਲੇ ਤੁਸੀਂ ਸੰਤਾਂ ਦੀ ਟੀ-ਸ਼ਰਟਾਂ ਪਾਉਂਦੇ ਹੋ, ਸ਼ਹੀਦਾਂ ਦੇ ਦਿਹਾੜੇ ਮਨਾਉਂਦੇ ਹੋ, ਜਦੋਂ ਵੋਟ ਪੈਂਦੇ ਨੇ ਤੇ ਫਿਰ ਕਿੱਥੇ ਚਲੇ ਜਾਂਦੇ ਨੇ।
ਬੜਾ ਵੱਡਾ ਸਵਾਲ ਭੈਣ ਜੀ ਨੇ ਚੁੱਕਿਆ, ਜਿਹਦਾ ਜਵਾਬ ਆਉਣ ਵਾਲੇ ਸਮੇਂ 'ਚ ਕਈ ਸਾਲਾਂ ਤੱਕ ਪੰਜਾਬ ਦੇ ਵੋਟਰਾਂ ਨੂੰ ਚੁਭਦਾ ਰਹੇਗਾ, ਜਿਹਦਾ ਜਵਾਬ ਦੇਣ ਬੰਦਾ। ਭਾਈ ਸਾਹਿਬ ਜੀ, ਜੋ ਗੱਲ ਭੈਣ ਜੀ ਨੇ ਕੀਤੀ, ਬੰਦੀ ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਸਿੱਖ ਕੌਮ ਨਾਲ ਹੀ ਵਿਤਕਰਾ ਕਿਉਂ ਹੁੰਦਾ? ਸਜ਼ਾਵਾਂ ਪੂਰੀਆਂ ਹੋ ਜਾਂਦੀਆਂ ਨੇ। ਜਿਵੇਂ ਭੈਣ ਜੀ ਨੇ ਗੱਲ ਕੀਤੀ, ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਤਕਰੀਬਨ 8-10 ਮਹੀਨੇ ਪਹਿਲੇ ਤਿਹਾੜ ਜੇਲ੍ਹ ਦੇ ਸਾਹਮਣੇ ਤਕਰੀਬਨ, ਮੈਂ ਹਰ ਵਾਰ ਉਸ ਪ੍ਰੋਗਰਾਮ ਨੂੰ ਕਵਰ ਕਰਨਾ, 10 ਤੋਂ 15 ਸਾਲ ਹੋ ਗਏ ਸਿੱਖ ਮੀਡੀਆ ਦੇ ਅੰਦਰ ਆਪਣੀ ਸੇਵਾ ਨਿਭਾਉਂਦੇ ਹੋਏ, ਤੇ ਅਰਦਾਸ ਹੁੰਦੀ ਹੈਗੀ ਬੰਦੀ ਸਿੰਘਾਂ ਦੇ ਹੱਕ ਦੇ ਅੰਦਰ। ਤੇ ਸਾਡੇ ਸਾਹਮਣੇ ਹਰਿਆਣਾ ਦਾ ਕੋਈ ਗੈਂਗਸਟਰ ਹੈਗਾ ਸੀ, ਉਹਨੂੰ ਪੈਰੋਲ ਦੇ ਦਿੱਤੀ ਗਈ ਕਰੋਨਾ ਕਰਕੇ, ਔਰ ਉਹਦੀ ਟੀਮ ਜਿਹੜੇ ਕਹਿ ਲਈਏ ਗੁੰਡੇ ਕਹਿ ਲਈਏ, ਉਹਨਾਂ ਦੀ ਸਾਥੀ ਕਹਿ ਲਈਏ, ਹਥਿਆਰਾਂ ਦੇ ਨਾਲ ਮੌਜੂਦ ਸਨ ਉੱਥੇ, ਔਰ ਉਹਨਾਂ ਨੇ ਕਿਹਾ, ਬੜੇ ਫਕਰ ਨਾਲ ਕਿਹਾ, ਜੀ ਹਮਾਰੇ ਭਾਈ ਨੇ 3 ਮਾਰੇ हैं, 10 ਬਲਾਤਕਾਰ ਕੀਏ हैं। ਉਹਨਾਂ ਨੂੰ ਨਾ ਪੈਰੋਲ ਮਿਲ ਜਾਂਦੀ ਹੈ ਕਿਉਂਕਿ ਕਰੋਨਾ ਕਾਲ ਸੀ। ਤੇ ਜਿਹੜੇ ਸਾਡੇ ਬੰਦੀ ਸਿੰਘ ਨੇ, ਉਹਨਾਂ ਨੂੰ ਪਰਿਵਾਰ ਦੇ ਨਾਲ ਮਿਲਣ ਦੇ ਲਈ ਵੀ ਸਮਾਂ ਨਹੀਂ ਦਿੱਤਾ ਜਾਂਦਾ। ਮਾਫ ਕਰਨਾ, ਘਰ 'ਚ ਮਾਂ ਜਾਂ ਪਿਓ ਦੀ ਮੌਤ ਹੋ ਜਾਂਦੀ ਹੈ ਤੇ 1 ਘੰਟੇ ਦੀ ਇਜਾਜ਼ਤ ਮਿਲਦੀ ਹੈ। ਸਿੱਖ ਕੌਮ ਨਾਲ ਵਿਤਕਰਾ ਕਿਉਂ ਹੁੰਦਾ? ਦੇਖੋ, ਇਹਦੇ ਬਾਰੇ ਮੈਂ ਆਪਣੀ ਆਪ ਜੀ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਸਾਡੀ ਕਹਾਵਤ ਬਣ ਗਈ ਸੀ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਅੱਜ ਉਹ ਸਰਕਾਰ ਸਾਡੇ ਕੋਲ ਨਹੀਂ ਹੈਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਪਸ਼ਟ ਕਿਹਾ, ਰਾਜ ਬਿਨਾ ਨਹਿ ਧਰਮ ਚਲਿਆ ਹੈ, ਧਰਮ ਬਿਨਾ ਸਭ ਦਲੈ ਮਲੈ ਹੈ, ਸ਼ਸਤਰ ਕੇ ਅਧੀਨ ਹੈ ਰਾਜ। ਅੱਜ ਸਾਡੀ ਕੌਮ ਨੂੰ ਆਪਣੇ ਕਕਾਰ ਭਾਰੇ ਲੱਗਦੇ ਨੇ, ਨਿਤਨੇਮ ਕਰਨਾ ਸਾਨੂੰ ਭਾਰਾ ਲੱਗਦਾ। ਗੁਰੂ ਸਾਹਿਬ ਜੀ ਨੇ ਸਪਸ਼ਟ ਕਿਹਾ ਸੀ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਅਸੀਂ ਸਿਧਾਂਤ ਤੋਂ ਪਛੜ ਗਏ। ਅਸੀਂ ਚੁਣਦੇ ਕਿਹਨਾਂ ਨੂੰ ਆ? ਉਹਨਾਂ ਦਾ ਵਿਅਕਤੀਤਵ ਕਿਹੋ ਜਿਹਾ, ਉਹਨਾਂ ਦੇ ਵਿੱਚ ਸਿੱਖੀ ਗੁਣ ਹਨ। ਦੇਖੋ, ਅਸੀਂ ਇਹ ਮਤਲਬ ਆਪਣੇ ਆਪ ਨੂੰ ਧੋਖਾ ਦੇ ਰਹੀ ਹੈ, ਸਾਡੀ ਕੌਮ ਆਪਣੇ ਆਪ ਨੂੰ ਧੋਖਾ ਦੇ ਰਹੀ ਹੈ ਜਦੋਂ ਅਸੀਂ ਇਹੋ ਜਿਹੇ ਆਗੂਆਂ ਦੇ ਸਿਰ ਤੇ ਕੌਮ ਦਾ ਭਾਰ ਪਾ ਦਿੰਦੇ ਹਾਂ, ਜਿਨ੍ਹਾਂ ਦੇ ਵਿੱਚ ਕੌਮੀਅਤ ਹੀ ਨਹੀਂ ਹੈਗੀ, ਜਿਨ੍ਹਾਂ ਦੇ ਵਿੱਚ ਕੌਮੀ ਗੁਣ ਹੀ ਨਹੀਂ ਹੈਗੇ, ਜਿਹਦੇ ਵਿੱਚ ਗੁਰੂ ਦਾ ਸਿਧਾਂਤ ਹੀ ਨਹੀਂ ਹੈਗਾ, ਉਹਨੂੰ ਅਸੀਂ ਚੁਣ ਦਿੰਦੇ ਹਾਂ। ਤੇ ਜਿਹੜੇ ਕੌਮੀਅਤ ਦੀ ਗੱਲ ਕਰਦੇ ਨੇ, ਉਹਨਾਂ ਦੀਆਂ ਫਿਰ ਅਸੀਂ ਬਰਸੀਆਂ ਮਨਾਉਂਦੇ ਹਾਂ। ਉਹਨਾਂ ਨੂੰ ਅਸੀਂ ਜਦੋਂ ਗਵਾ ਲੈਂਦੇ ਹਾਂ, ਉਹ ਸਾਡੇ ਹੱਥੋਂ ਨਿਕਲ ਜਾਂਦੇ ਨੇ, ਤੇ ਫਿਰ ਅਸੀਂ ਉਹਨਾਂ ਦੇ ਨਾਮ ਤੇ ਦਿਹਾੜੇ ਰੱਖ ਦਿੰਦੇ ਹਾਂ, ਕੱਪੜੇ ਛਪਵਾ ਲੈਂਦੇ ਹਾਂ, ਘਰਾਂ 'ਚ ਉਹਨਾਂ ਦੀਆਂ ਫੋਟੋਆਂ ਲਾ ਲੈਂਦੇ ਹਾਂ। ਇਹ ਸਾਡੀ ਕੌਮ ਦੀ ਮਾਨਸਿਕਤਾ ਹੈ, ਜਿਹਨੂੰ ਮੈਂ ਸਮਝਦਾ ਵੀ ਇੱਕ ਮੈਨੂਪਲੇਟ ਕੀਤਾ ਗਿਆ ਹੈ ਬ੍ਰਾਹਮਣਵਾਦ ਦੇ ਵੱਲੋਂ, ਮਨੂਵਾਦ ਦੇ ਵੱਲੋਂ। ਸਾਡੀ ਕੌਮ ਨੂੰ ਬੜੇ ਤਰੀਕੇ ਦੇ ਨਾਲ ਹੌਲੀ ਹੌਲੀ ਇੱਕ ਮਿੱਠਾ ਜਿਹਾ ਜ਼ਹਿਰ ਦੇ ਕੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਇੱਕ ਮਦਹੋਸ਼ੀ ਦੇ ਵਿੱਚ ਰੱਖਿਆ ਜਾ ਰਿਹਾ ਹੈ ਵੀ ਦੇਖੋ, ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੇ ਪੈਰੋਕਾਰ ਆ, ਅਸੀਂ ਤੁਹਾਡੇ ਸਿਧਾਂਤ ਦੀ ਗੱਲ ਕਰਦੇ ਹਾਂ। ਪਰ ਵਾਸਤਵਿਕਤਾ ਇਹ ਨਹੀਂ ਹੈਗੀ। ਸੋ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੱਜ ਸਾਡੇ ਸਿੱਖ ਬੰਦੀਆਂ ਦੇ ਨਾਲ ਜਿਹੜਾ ਵਿਤਕਰਾ ਹੋ ਰਿਹਾ ਹੈ, 47 ਤੋਂ ਤੁਸੀਂ ਦੇਖੋ, ਭਾਰਤ ਦੀ ਹਕੂਮਤ ਨੇ, ਲੀਡਰਾਂ ਨੇ ਜਿਹੜੇ ਸਾਡੇ ਸਿੱਖ ਆਗੂਆਂ ਨਾਲ ਵਾਅਦੇ ਕੀਤੇ, ਉਹ ਕਿੱਥੇ ਨਿਭਾਏ? ਬੜੇ ਛੜਯੰਤਰ ਦੇ ਤਹਿਤ ਪੰਜਾਬ ਨੂੰ ਟੁਕੜਿਆਂ ਦੇ ਵਿੱਚ ਵੰਡ ਦਿੱਤਾ ਗਿਆ। ਜਿਵੇਂ ਅੱਜ ਯੂਪੀ ਇੱਕ ਵੱਡਾ ਸਟੇਟ ਹੈ, ਸੈਂਟਰ ਦੀ ਹਕੂਮਤ ਦੇ ਵਿੱਚ ਆਪਣਾ ਵੱਡਾ ਰੋਲ ਅਦਾ ਕਰਦਾ ਹੈ। ਜੇ ਹਰਿਆਣਾ, ਪੰਜਾਬ, ਹਿਮਾਚਲ, ਸਾਡਾ ਪੱਛਮੀ ਪੰਜਾਬ ਜਿਹੜਾ ਉਹ ਇੱਕ ਹੁੰਦਾ, ਤੇ ਅੱਜ ਭਾਰਤ ਦੇ ਜਿਹੜੀ ਦਿੱਲੀ ਸਰਕਾਰ ਹੈ, ਉਹਦੇ ਵਿੱਚ ਪੰਜਾਬ ਦਾ ਇੱਕ ਆਪਣਾ ਵੱਡਾ ਹਿੱਸਾ ਹੋਣਾ ਸੀ, ਇੱਕ ਦਬਦਬਾ ਹੋਣਾ ਸੀ। ਲੇਕਿਨ ਸਾਡੀ ਅਗਵਾਈ ਦੀ, ਮੈਂ ਕਹਿੰਦਾ ਨਲਾਇਕੀ ਕਰਕੇ, ਕਮਜ਼ੋਰੀ ਕਰਕੇ ਅੱਜ ਸਾਡਾ ਪੰਜਾਬ ਵੰਡਿਆ ਗਿਆ ਹੈ। ਤੇ ਉਸ ਤੋਂ ਬਾਅਦ ਵੀ ਤੁਸੀਂ ਦੇਖੋ, ਪਾਣੀਆਂ ਦਾ ਮਸਲਾ ਹੈ, ਸਾਡਾ ਜਿਹੜਾ ਭਾਖੜਾ ਡੈਮ, ਨਗਲ ਡੈਮ ਬਣਿਆ ਹੋਇਆ, ਬਿਜਲੀ ਦਾ ਮਸਲਾ ਹੈ, ਕਿੰਨੇ ਵਿਤਕਰੇ ਨੇ। ਸਾਡੀ ਕੌਮ ਸੁੱਤੀ ਹੋਈ ਹੈ। ਕਸੂਰਵਾਰ ਕੋ ਕਿਤੇ ਨਾ ਕਿਤੇ ਤੇ ਮੈਂ ਖੁਦ ਆਪਣੇ ਆਪ ਨੂੰ ਆਪਣੇ ਵਾਲੀ ਉਂਗਲ ਕਰ ਲਈਏ ਤਾਂ ਠੀਕ ਹੈ, ਕਿਉਂਕਿ ਅਸੀਂ ਵਿਅਕਤੀਗਤ ਜਦੋਂ ਅਸੀਂ ਸ਼ੁਰੂ ਕਰਾਂਗੇ ਨਾ ਆਪਣੇ ਆਪ ਤੋਂ, ਕਿਸੇ ਨੂੰ ਦੋਸ਼ ਦੇਣ ਦਾ ਕੀ ਫਾਇਦਾ ਨਹੀਂ ਹੈਗਾ। ਅਸੀਂ ਆਪਣੇ ਆਪ ਤੋਂ ਸ਼ੁਰੂ ਕਰੀਏ। ਹੁਣ ਸਾਡੀ ਬੇਟੀ ਦੇਖੋ ਨਿਕਲੀ ਹੈ, ਇਹਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਹੈ। ਅੱਜ ਕਿੰਨਾ ਸਿੱਖ ਸਮਾਜ ਇੱਥੇ ਖੜਾ ਹੈ, ਤੁਸੀਂ ਗਿਣ ਸਕਦੇ ਹੋ। ਕਿੰਨੀਆਂ ਜਥੇਬੰਦੀਆਂ ਆਈਆਂ ਨੇ, ਤੁਸੀਂ ਗਿਣ ਸਕਦੇ ਹੋ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਜਿਸ ਦਿਨ ਇਹਨੇ ਮੈਨੂੰ ਪਹਿਲੇ ਦਿਨ ਆਪਣਾ ਪਿਤਾ ਮੰਨਿਆ ਹੈ ਨਾ, ਕਿਉਂਕਿ ਇਹਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਸੀ। ਅਸੀਂ ਇੱਕ ਸਮਾਗਮ ਵਿੱਚ ਇਹਨਾਂ ਨੇ ਮੈਨੂੰ ਬੁਲਾਇਆ ਸੀ, ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਿਤਾ ਕਹਿਤਾ। ਮੈਂ ਕਿਹਾ ਵੀ ਸਾਡੇ ਗੁਰੂ ਸਾਹਿਬਾਨ ਨੇ ਬ੍ਰਾਹਮਣਾਂ ਦੇ ਵਾਸਤੇ, ਉਹਨਾਂ ਦੇ ਕਹਿਣ ਤੇ, ਸਨਾਤਨ ਦੇ ਵਾਸਤੇ ਆਪਣਾ ਸੀਸ ਦਾਨ ਕਰ ਦਿੱਤਾ, ਸੀਸ ਸ਼ਹਾਦਤ ਦੇ ਦਿੱਤੀ। ਉਹਨਾਂ ਨੇ ਏਡਾ ਵੱਡੀ ਕੁਰਬਾਨੀ ਕੀਤੀ ਹੈ। ਜਿਸ ਬੇਟੀ ਨੇ ਮੈਨੂੰ ਕਿਹਾ ਵੀ ਤੁਸੀਂ ਮੇਰੀ ਬਾਹ ਫੜੋ, ਮੇਰੇ ਸਿਰ ਤੇ ਹੱਥ ਰੱਖੋ, ਤਾਂ ਮੈਂ ਵੀ ਇਹਦੇ ਨਾਲ ਖੜਾ ਹੀ ਰਹਾਂਗਾ। ਇਹਦੀ ਇੱਛਾ ਸੀ, ਹਾਲਾਂਕਿ ਮਤਲਬ ਮੇਰੇ ਵੱਲੋਂ ਇਹਦੀ ਸਹਿਮਤੀ ਨਾ ਵੀ ਹੁੰਦੀ ਚਾਹੇ, ਪਰ ਇਹਦੀ ਇੱਛਾ ਸੀ ਮੈਂ ਜੰਤਰ ਮੰਤਰ ਤੇ ਪਹੁੰਚਣਾ, ਮੈਂ ਆਪਣੀ ਗੱਲ ਰੱਖਣੀ ਹੈ। ਤੇ ਮੈਂ ਕਿਹਾ ਬੇਟਾ ਤੂੰ ਨਾਲ, ਜਿੱਥੇ ਤੂੰ ਖੜੇਂਗੀ ਉੱਥੇ ਤੇਰੇ ਨਾਲ ਮੈਂ ਤੈਨੂੰ ਖੜਿਆ ਹੋਇਆ ਨਜ਼ਰ ਆਵਾਂਗਾ, ਕਿਉਂਕਿ ਮੇਰਾ ਬੁਨਿਆਦੀ ਫਰਜ਼ ਹੈ। ਸੋ ਮੈਂ ਸ਼ੁਰੂਆਤ ਕੀਤੀ ਹੈ, ਆਪ ਜੀ ਆਇਓ, ਆਪ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਹੈ। ਹੋ ਸਕਦਾ ਇਹ ਲਾਗ ਜਿਹੜੀ ਹੈ ਹੌਲੀ ਹੌਲੀ ਲੱਗੇ, ਸਮਾਂ ਆਏਗਾ, ਜ਼ਰੂਰ ਪਰਿਵਰਤਨ ਹੋਣਗੇ। ਪਰ ਉਸ ਦਿਨ ਫਿਰ ਆਪ ਜੀ ਦਾ, ਸਾਰਿਆਂ ਦਾ, ਜਿਹੜੇ ਲੜ ਰਹੇ ਨੇ, ਜਿਹੜੇ ਜੂਝ ਰਹੇ ਨੇ, ਉਹਨਾਂ ਦਾ ਨਾਮ ਵੀ ਫਿਰ ਕੌਮ ਉਸੇ ਤਰ੍ਹਾਂ ਹੀ ਲਵੇਗੀ। ਬਿਲਕੁਲ ਜੀ। ਏਕਤਾ ਦੀ ਮਿਸਾਲ ਕਹਿ ਲਈਏ ਕਿ ਸਾਡੀ ਇੱਕ ਹਿੰਦੂ ਭੈਣ, ਮੈਨੂੰ ਹਿੰਦੂ ਵੀ ਨਹੀਂ ਕਹਾਂਗਾ, ਜੇ ਭੈਣ ਕਹਤਾ ਤਾਂ ਫਿਰ ਇਹ ਹਿੰਦੂ ਵੀ ਨਹੀਂ ਰਹੀ। ਤੇ ਸਾਡੇ ਜਿਹੜੇ ਸਿੱਖ ਹੈਗੇ ਨੇ, ਸਾਡੇ ਗਿਆਨੀ ਜੀ ਨੇ, ਇਹ ਪਰਿਵਾਰ ਸਿਰਫ ਏਕਤਾ ਕਰਕੇ ਕਹਿ ਲਈਏ, ਇੱਕ ਪਿਆਰ ਕਰਕੇ, ਇਹ ਮਿਸਾਲ ਸਾਡੇ ਲੀਡਰ ਕਿਉਂ ਨਹੀਂ ਬਣਨ ਦਿੰਦੇ? ਕਿਤੇ ਨਾ ਕਿਤੇ ਅਗਰ ਅੱਜ ਸਾਡੇ ਮੁਲਕ ਦੇ ਅੰਦਰ ਵੰਡੀਆਂ ਪਈਆਂ ਹੋਈਆਂ ਨੇ ਧਰਮ ਦੇ ਨਾਮ ਤੇ, ਜਾਤਾਂ ਦੇ ਨਾਮ ਦੇ ਉੱਤੇ, ਸਟੇਟਾਂ ਦੇ ਨਾਮ ਦੇ ਉੱਤੇ, ਕਸੂਰਵਾਰ ਵੋਟਰ ਵੀ ਨੇ, ਕਿਉਂਕਿ ਉਹੀ ਵੋਟਰ
ਉਹ ਚੁਣ ਕੇ ਲਿਆਂਦੇ ਹੈਗੇ ਨੇ ਲੀਡਰਾਂ ਨੂੰ, ਜਿਹੜੇ ਲੀਡਰ ਫਿਰ ਸਾਡੇ ਸਿਰ ਤੇ ਬਹਿ ਕੇ ਰਾਜ ਕਰਦੇ ਨੇ, ਸਾਨੂੰ ਆਪਸ ਵਿੱਚ ਲੜਾਉਂਦੇ ਹੈਗੇ ਨੇ ਤੇ ਫਿਰ ਬਾਅਦ ਹੀ ਰਾਜ ਕਰਕੇ ਸਾਡੇ ਹੀ ਸਿਰ ਤੇ ਜੁੱਤੀਆਂ ਪੈਂਦੀਆਂ ਨੇ। ਸਵਾਲ ਬਹੁਤ ਸਾਰੇ ਨੇ। ਭੈਣ ਜੀ ਦੇ ਨਾਲ ਪਹਿਲੀ ਵਾਰ ਮੁਲਾਕਾਤ ਹੋਈ ਹੈ, ਮੈਂ ਭੈਣ ਜੀ ਦੇ ਨਾਲ ਲਗਾਤਾਰ ਜੁੜਿਆ ਰਹਾਂਗਾ। ਜਦੋਂ ਵੀ ਦਿੱਲੀ ਆਣਗੇ ਦਾਸ ਆਪਣਾ ਮੀਡੀਆ ਦਾ ਫਰਜ਼ ਨਿਭਾਏਗਾ, ਔਰ ਆਉਣ ਵਾਲੇ ਸਮੇਂ ਦੇ ਵਿਚਕਾਰ ਚਾਹੇ ਮੈਨੂੰ ਹਰਿਆਣਾ ਵੀ ਜਾਣਾ ਪਏ, ਜਦੋਂ ਵੀ ਮੁਲਾਕਾਤ ਹੋਏਗੀ, ਕਿਉਂਕਿ ਦਿਮਾਗੀ ਬਹੁਤ ਸਾਰੇ ਸਵਾਲ ਨੇ, ਆਪਾਂ ਇੱਕ ਅੱਧੇ ਪੌਣੇ ਘੰਟੇ ਦੇ ਪ੍ਰੋਗਰਾਮ ਵਿੱਚ ਉਹ ਸਾਰੇ ਸਵਾਲਾਂ ਨੂੰ ਨਹੀਂ ਕਰ ਸਕਦੇ। ਗੁਰੂ ਸਾਹਿਬ ਨੇ ਸਵਾਸ ਬਖਸ਼ੇ, ਜ਼ਿੰਦਗੀ ਬਖਸ਼ੀ, ਤੇ ਸਵਾਲਾਂ ਦਾ ਦੌਰ ਜਾਰੀ ਰਹੇਗਾ ਭੈਣ ਜੀ ਨਾਲ ਵੀ और ज्ञानी जी के नाल भी। सब तो आखिर भैन जी लास्ट में आज आप प्रोटेस्ट कर रहे हैं यहाँ पर पूरे वर्ल्ड को अपने आज के प्रोग्राम के बारे में, क्योंकि मैंने आपको वादा किया है कि लगातार आपसे जुड़ा रहूँगा। बहुत सारे सवाल, तीखे सवाल भी और जो नॉर्मल है, वो दोनों जारी रहेंगे, क्योंकि मीडिया का काम होता है सच को सामने लाना। आज के प्रोटेस्ट के बारे में जाते जाते पूरे वर्ल्ड के व्यूवर्स को आप कुछ कहना चाहिए? देखिए, जो ये आज धरना प्रदर्शन यहाँ किया गया है जंतर मंतर पे, पूरे मैं देश को कहना चाहती हूँ कि पूरे देश के लिए ये गर्व की बात होना चाहिए कि श्री गुरु तेग बहादुर जी हमारे विश्व गुरु हैं। अगर उनके लिए कोई लड़ाई भी लड़नी पड़े तो हम, अगर गुरु तेग बहादुर जी हमारे लिए शीश दे सकते तो हम भी अपने रक्त का एक एक कण श्री गुरु तेग बहादुर जी के लिए समर्पित कर सकते हैं, और समर्पित करना भी चाहिए, क्योंकि हम उन्हीं के बच्चे हैं, उन्हीं के आदर्शों पर हमें चलना है अगर इस भारत को सशक्त बनाना है। आज जो धरना प्रदर्शन है, मेरी आवाज़ केंद्र सरकार तक पहुंचाना आप सभी का काम है। आप लोग लगातार इस खबर को भी और वीर जी के इस चैनल को भी सब्सक्राइब कर आगे तक बढ़ाएं, ताकि सिख कौम की आवाज़ आज देश नहीं विदेशों तक पहुंचे, और खासकर सरकारों तक पहुंचे। जो सरकार के द्वारा सिख समाज के साथ आज ये व्यवहार किया जाता है, दोगलापन नीति अपनाई जाती है, एक तरफ उनको गले लगाया जाता है, एक तरफ उसी निशान साहब को आप दूसरे झंडे का नाम देकर लाल किले पर बदनाम करते हैं, दूसरी तरफ उसी लाल किले पर निशान साहब लगाकर अब गुरु तेग बहादुर जी का प्रकाश पर्व मनाते हैं। समझने वाली बात आपके लिए है कि आप उसको किस तरीके से मानते हैं। देश को समझना होगा, धर्मों के ऊपर लड़ाई ना करें। हमारा धर्म एक ही है, वो भी मानवता का सिद्धांत जो कि गुरु नानक देव जी ने दिया है। पूरा सनातन गुरु नानक देव जी के सिद्धांत की शरण में आए, गुरु ग्रंथ साहिब जी की शरण में आए, तभी ये भारत सशक्त बन सकता है। वाहेगुरु जी का खालसा, वाहेगुरु जी। संगत जी, ਅਸੀਂ ਹੁਣ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ। ਆਪਣੇ ਕੈਮਰਾਮੈਨ ਵੀਰ ਨੂੰ ਕਹਾਂਗੇ ਇੱਕ ਵਾਰ ਘੁਮਾ ਕੇ ਦਿਖਾਈਏ ਕਿ ਸ਼ਾਇਦ ਇੱਥੇ ਜਦੋਂ ਅੱਜ ਜਿਸ ਮਸਲੇ ਦੇ ਉੱਤੇ ਭੈਣ ਜੀ ਔਰ ਗਿਆਨੀ ਜੀ ਨੇ ਮਿਲ ਕੇ ਇੱਕ ਪ੍ਰੋਗਰਾਮ ਕੀਤਾ ਹੈ, ਕਿੰਨੇ ਘੱਟ ਚਿਹਰੇ ਸਾਨੂੰ ਦੇਖਣ ਨੂੰ ਮਿਲ ਰਹੇ ਨੇ। ਅਗਰ ਇਹੋ ਹੀ ਪ੍ਰੋਗਰਾਮ, ਮਾਫ ਕਰਨਾ, ਸਾਡੀ ਕੌਮ ਦੇ ਜਥੇਦਾਰਾਂ ਨੂੰ ਪ੍ਰੈਜ਼ੈਂਟ ਕਰਨਾ ਚਾਹੀਦਾ ਸੀ ਕਿ ਜੋ ਇਹਨਾਂ ਨੇ ਮੰਗਾਂ ਕੀਤੀਆਂ ਨੇ। ਔਰ ਜਿਹੜੇ ਵਿਊਵਰ ਸਾਡੇ ਨਾਲ ਹੁਣ ਜੁੜੇ ਨੇ, ਆਖਿਰ ਦੇ ਅੰਦਰ ਮੈਂ ਗਿਆਨੀ ਜੀ ਨੂੰ ਕਹਾਂਗਾ ਜਿਹੜੀਆਂ ਮੰਗਾਂ ਲੈ ਕੇ ਆ ਜਾਏ ਨੇ, ਜਾਂਦੇ ਜਾਂਦੇ ਇੱਕ ਵਾਰ ਜ਼ਰੂਰ ਮੇਨ ਜਿਹੜੀਆਂ ਉਹਦੀ ਲਾਈਨਸ ਹੈਗੀਆਂ ਨੇ ਦੁਬਾਰਾ ਦੱਸ ਦੇਣ, ਤਾਂ ਕਿ ਵਿਊਵਰਸ ਨੂੰ ਪਤਾ ਲੱਗੇ ਕਿ ਅੱਜ ਇਹ ਪ੍ਰੋਟੈਸਟ ਜਿੱਥੇ ਅੱਜ ਪੂਰੀ ਕੌਮ ਨੂੰ ਖੜੇ ਹੋਣਾ ਚਾਹੀਦਾ ਸੀ, ਹਿੰਦੂ ਕਮਿਊਨਿਟੀ ਨੂੰ ਖੜੇ ਹੋਣਾ ਚਾਹੀਦਾ ਸੀ, ਸਿਰਫ 10 15 20 ਚਿਹਰੇ ਸਾਨੂੰ ਦਿਖ ਰਹੇ ਹੈਗੇ ਨੇ। ਇਹ ਸਾਡੇ ਕੌਮ ਦੇ ਲਈ ਔਰ ਘੱਟੋ ਘੱਟ ਇਸ ਮੁਲਕ ਦੇ ਲਈ ਬੜੀ ਵੱਡੀ ਬਦਕਿਸਮਤੀ ਹੈ। ਆਪਣੀਆਂ ਮੰਗਾਂ ਜਾਂਦੇ ਜਾਂਦੇ ਜ਼ਰੂਰ ਦੱਸੋ। ਸਭ ਤੋਂ ਪਹਿਲੀ ਮੰਗ ਹੈ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਭਾਰਤ ਸਰਕਾਰ ਵੱਲੋਂ ਵਿਸ਼ਵ ਵਿਦਿਆਲਿਆ ਜਿਹੜੇ ਨੇ ਉਹ ਸਥਾਪਿਤ ਕੀਤੇ ਜਾਣੇ ਚਾਹੀਦੇ ਨੇ। ਦੂਸਰੀ ਸਾਡੀ ਮੰਗ ਹੈ, ਗੁਰੂ ਸਾਹਿਬਾਨ ਜੀ ਦੇ ਇਤਿਹਾਸ ਨੂੰ ਸਮੁੱਚੇ ਭਾਰਤ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ। ਤੀਸਰੀ ਸਾਡੀ ਮੰਗ ਹੈ, ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਹੋਵੇ। ਚੌਥੀ ਸਾਡੀ ਜਿਹੜੀ ਮੰਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ, ਲੇਕਿਨ ਉਸ ਦੇ ਬਾਵਜੂਦ ਵੀ ਸਾਡੇ ਬੰਦੀ ਸਿੰਘ ਜਿਹੜੇ ਨੇ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਰਿਹਾ ਨਹੀਂ ਹੋ ਰਹੇ, ਉਹਨਾਂ ਨੂੰ ਰਿਹਾ ਕੀਤਾ ਜਾਏ। ਤੇ ਜਿਹੜੀ ਸਾਡੀ ਅਗਲੀ ਮੰਗ ਹੈ ਉਹ ਇਹ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰਾਸ਼ਟਰਪਿਤਾ ਦਾ ਜਿਹੜਾ ਦਰਜਾ ਸੰਵਿਧਾਨਕ ਰੂਪ ਦੇ ਵਿੱਚ ਦਿੱਤਾ ਜਾਏ, ਤਾਂ ਕਿ ਹਰ ਇੱਕ ਭਾਰਤੀ ਨੂੰ ਮਾਣ ਮਹਿਸੂਸ ਹੋਵੇ, ਸਾਡੇ ਬੱਚਿਆਂ ਨੂੰ ਫਖਰ ਮਹਿਸੂਸ ਹੋਵੇ ਕਿ ਸਾਡਾ ਰਾਸ਼ਟਰਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਗੀ ਸ਼ਖਸੀਅਤ ਹੈ। ਸੰਗਤ ਜੀ, ਫਿਰ ਮੈਂ ਜਾਂਦੇ ਜਾਂਦੇ ਲਫ਼ਜ਼ ਵਰਤਦੇ ਹਾਂ ਕਿ ਜੋ ਮੰਗਾਂ ਲੈ ਕੇ ਸਾਡੀ ਭੈਣ, ਸਾਡੇ ਭਾਈ ਸਾਹਿਬ ਨੇ ਜਿਹੜੇ ਸਤਿਕਾਰਯੋਗ ਹੈਗੇ ਨੇ, ਅੱਜ ਉਚੇਚਾ ਹਰਿਆਣੇ ਤੋਂ ਥੱਲੇ ਆਏ ਨੇ, ਮੰਗਾਂ ਤੇ ਪੂਰੀ ਕੌਮ ਦੀ ਹੋਣੀਆਂ ਚਾਹੀਦੀਆਂ ਸਨ, ਹਿੰਦੂ ਕਮਿਊਨਿਟੀ ਵੱਲੋਂ ਵੀ ਉੱਠਣੀ ਚਾਹੀਦੀ ਸੀ, ਮਗਰ ਸ਼ਾਇਦ ਕਿਤੇ ਨਾ ਕਿਤੇ ਰਾਜਨੀਤੀ ਭਾਰੀ ਹੈਗੀ ਹੈ, ਧਰਮ ਭਾਰੀ ਹੈਗਾ, ਔਰ ਜਿਹੜੇ ਮਸਲੇ ਨੇ ਕਿਤੇ ਨਾ ਕਿਤੇ ਦੱਬ ਜਾਂਦੇ ਹੈਗੇ ਨੇ। ਸਾਡੀ ਕੋਸ਼ਿਸ਼ ਸੀ, ਅਸੀਂ ਸਭ ਤੋਂ ਪਹਿਲੇ ਇੱਥੇ ਪਹੁੰਚੇ ਹੈਗੇ ਹਾਂ। ਸੰਗਤ ਦੀ ਘਾਟ ਹੈ, ਮੀਡੀਆ ਦੀ ਘਾਟ ਹੈ, ਮਗਰ ਪੰਥਕ ਮੀਡੀਆ ਵਜੋਂ ਅਸੀਂ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਪੂਰਾ ਕਰ ਰਹੇ ਹਾਂ। ਆਉਣ ਵਾਲੇ ਸਮੇਂ 'ਚ ਹੋਰ ਮਸਲੇ ਲੈ ਕੇ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ। ਲੈਂਦੇ ਹਾਂ ਭੈਣ ਜੀ ਔਰ ਭਾਈ ਸਾਹਿਬ ਤੋਂ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।